ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬੈਲਾਵਲ ਬਾਣੀ ਭਗਤ ਨਾਮਦੇਵ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਫਲ ਜਨਮ ਮੋਕੋ ਗੁਰ ਕੀਨਾ, ਦੁਖ ਬਿਸਾਰ ਸੁਖ ਅੰਤਰ ਲੀਨਾ। ਸਫਲ ਜਨਮ ਮੋਕੋ ਗੁਰ ਕੀਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬੈਲਾਵਲ ਬਾਣੀ ਭਗਤ ਨਾਮਦੇਵ ਜੀ ਕੀ। ਬਿਲਾਵਲ ਰਾਗ ਵਿੱਚ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਗਤ ਨਾਮਦੇਵ ਜੀ ਦੀ ਬਾਣੀ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਲਿਖਵਾ ਰਹੇ ਹਨ। ਇੱਕ ਓੰਕਾਰ। ਪਹਿਲਾਂ ਮੰਗਲ ਕਰਦੇ ਨੇ ਕਿ ਇੱਕ ਅਦੁੱਤੀ ਪਾਰ ਬ੍ਰਹਮ ਪਰਮੇਸ਼ਰ ਜੋ ਹੈ ਸਤਿਗੁਰ ਪ੍ਰਸਾਦ। ਸੋ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ, ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਇੱਕ ਓੰਕਾਰ ਹੀ ਸਾਡਾ ਸਤਿਗੁਰੂ ਹੈ ਅਤੇ ਇੱਕ ਓੰਕਾਰ ਸਤਿਗੁਰੂ ਦੀ ਹੀ ਸਾਡੇ ਉੱਪਰ ਕਿਰਪਾ ਹੈ। ਸਫਲ ਜਨਮ ਮੋਕਾ ਗੁਰ ਕੀਨਾ। ਗੁਰ ਸਤਿਗੁਰਾਂ ਨੇ ਮੇਰੇ ਮਨੁੱਖਾ ਜਨਮ ਨੂੰ ਸਫਲ ਸਹਿਤ ਗਿਆਨ ਰੂਪੀ ਫਲ ਦੇ ਕਰ ਦਿੱਤਾ ਹੈ। ਸਾਡਾ ਜੋ ਜਨਮ ਸੀ ਹੈ ਤਾਂ ਗਰੀਬ ਘਰ ਦਾ। ਭਾਈ ਗੁਰਦਾਸ ਜੀ ਨੇ ਲਿਖਿਆ, ਆਠ ਦਾਮ ਕੋ ਸ਼ੀਪਰੋ। ਜੋ ਸ਼ਿੰਬੀਆਂ ਦੀ ਕੋਲ ਅੱਧੀ ਅੱਧੀ ਕੌਡੀ ਵਾਸਤੇ ਮਿਹਨਤਾਂ ਮਸ਼ੱਕਤਾਂ ਕਰਨ ਵਾਲੇ, ਉਹਦੇ ਵਿੱਚ ਵਾਹਿਗੁਰੂ ਨੇ ਸਾਨੂੰ ਜਨਮ ਦਿੱਤਾ, ਪਰ ਬ੍ਰਹਮ ਗਿਆਨ ਬਖਸ਼ ਕੇ ਅਤੇ ਇਹਨੂੰ ਫਲ ਲਾ ਦਿੱਤਾ, ਇਹ ਸਫਲ ਕਰ ਦਿੱਤਾ। ਉਸ ਮਹਾਰਾਜ ਭਾਈ ਗੁਰਦਾਸ ਜੀ ਲਿਖਦੇ ਨੇ, ਆੜ ਦਾਮ ਕੋ ਸ਼ੀਪਰੋ ਹੋਏ ਉਹ ਲਾਖੀਣਾ। ਸੋ ਲੱਖਾਂ ਦਾ ਹੋ ਗਿਆ। ਦੁਖ ਬਿਸਾਰ ਸੁਖ ਅੰਤਰ ਲੀਨਾ। ਮੇਰੇ ਅੰਦਰੋਂ ਦੁਖਦਾਇਕ ਅਗਿਆਨ ਵਿਸਰਜਨ ਕਰ ਦਿੱਤਾ, ਵਿਸਾਰ ਦਿੱਤਾ, ਵਿਦਿਆ ਕਰ ਦਿੱਤਾ ਅਤੇ ਮੈਨੂੰ ਸੁਖ ਸਰੂਪ ਦੇ ਵਿੱਚ ਲੀਨ ਕਰ ਦਿੱਤਾ ਹੈ, ਜਾਂ ਆਨੰਦ ਸਰੂਪ ਦੇ ਵਿੱਚ ਲੀਨ ਕਰ ਦਿੱਤਾ ਹੈ।
ਇਸੇ ਪ੍ਰਕਾਰ ਦੁਖ ਬਿਸਾਰ ਸੁਖ ਅੰਤਰ ਲੀਨਾ। ਜੰਮਣ ਮਰਨ ਦਾ ਦੁੱਖ ਵਿਸਰਜਨ ਕਰ ਦਿੱਤਾ ਤੇ ਮੇਰੇ ਮਨ ਵਿੱਚ ਸੁਖ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਨਾਮ ਲੀਨ ਕਰ ਦਿੱਤਾ ਹੈ। ਗਿਆਨ ਅੰਜਨ ਮੁਕੋ ਗੁਰ ਦੀਨਾ। ਸਤਿਗੁਰਾਂ ਨੇ ਜਗਤ ਰੂਪ ਸਲਾਈਆਂ ਦੁਆਰਾ ਗਿਆਨ ਰੂਪ ਸੁਰਮਾ ਮੇਰੇ ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਪਾ ਦੇਣਾ ਕੀਤਾ ਹੈ। ਰਾਮ ਨਾਮ ਬਿਨਾ ਜੀਵਨ ਮਨਹੀਨਾ। ਰਮੰਤੀ ਸਾ ਰਾਮ ਪਰਮੇਸ਼ਰ ਦੇ ਨਾਮ ਤੋਂ ਬਿਨਾ ਜੀਵਨ ਦੇ ਨਾਲ ਜੋ ਮਨ ਚਿੱਤ ਹੀਣਤਾ ਹੀ ਵਾਲਾ ਹੋ ਜਾਂਦਾ, ਭਾਵ ਵਿਕਾਰਾਂ ਵਿੱਚ ਲੱਗ ਜਾਂਦਾ ਹੈ, ਜਾਂ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤੇ ਤੋਂ ਬਿਨਾ ਜੀਵਣਾ ਜਿਹੜਾ ਹੈ ਨਿਸਫਲ ਹੈ, ਜਾਂ ਮਨ ਦਾ ਅਰਥ ਹੈ ਜੀਵ, ਜੀਵ ਦਾ ਜੀਵਣਾ ਨਿਸਫਲ ਹੈ। ਇਸੇ ਪ੍ਰਕਾਰ ਗਿਆਨ ਰਾਮ ਨਾਮ ਬਿਨਾ ਜੀਵਨ ਮਨਹੀਨਾ। ਪਰਮੇਸ਼ਰ ਦੇ ਨਾਮ ਤੋਂ ਬਿਨਾ ਜੀਵਣਾ ਹੀਣਤਾ ਦੇ ਕਰਨ ਵਾਲਾ ਮਨ ਮੰਨਿਆ ਹੈ। ਜਾਂ ਇਸੇ ਪ੍ਰਕਾਰ ਰਾਮ ਨਾਮ ਬਿਨਾ ਜੀਵਨ ਮਨਹੀਨਾ। ਪਰਮੇਸ਼ਰ ਦੇ ਨਾਮ ਤੋਂ ਬਿਨਾ ਜੀਵਣਾ ਨਿਸਫਲ ਹੈ ਅਤੇ ਮਨ ਹੀਣਾ ਹੈ, ਭਾਵ ਜੀਵਨ ਕੁਕਰਮਾਂ 'ਚ ਲੱਗਿਆ ਰਹਿੰਦਾ ਤੇ ਮਨ ਵਿਸ਼ਿਆਂ ਵਿੱਚ ਲੱਗਿਆ ਰਹਿੰਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਨਾਮ ਦੇ ਸਿਮਰਨ ਕਰ ਜਾਨਾ। ਭਗਤ ਨਾਮਦੇਵ ਜੀ ਕਥਨ ਕਰਦੇ ਨੇ ਕਿ ਮੈਂ ਤਾਂ ਪਰਮੇਸ਼ਰ ਨੂੰ ਭਜਨ ਕਰਕੇ ਹੀ ਉਹਦੇ ਸੱਚ ਸਰੂਪ ਨੂੰ ਜਾਣਨਾ ਕੀਤਾ ਹੈ। ਜਗ ਜੀਵਨ ਸਿਉ ਜੀਉ ਸਮਨ। ਇਸ ਕਰਕੇ ਜਗਤ ਦੇ ਜੀਵਨ ਨੂੰ ਪਰਮੇਸ਼ਰ ਨਾਲ ਜੋ ਮੇਰਾ ਹਿਰਦਾ ਉਹ ਸਮਾ ਗਿਆ, ਅਭੇਦ ਹੋ ਗਿਆ ਹੈ। ਬਿਲਾਵਲ ਬਾਣੀ ਭਗ ਰਵਿਦਾਸ ਭਗਤ ਕੀ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਹੈ, ਬਿਲਾਵਲ ਰਾਗ ਅੰਦਰ ਭਗਤ ਰਵਿਦਾਸ ਜੀ ਦੀ ਬਾਣੀ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਦਰਜ ਕਰਵਾ ਰਹੇ ਹਨ। ਏਕੋ ਓੰਕਾਰ। ਸਤਿਗੁਰੂ ਜੀ ਦੀ ਕਿੰਨੀ ਉੱਤਮ ਮਰਿਆਦਾ ਹੈ। ਕੋਈ ਵੀ ਚੈਪਟਰ ਬਦਲਦਾ ਹੈ, ਪ੍ਰਕਰਨ ਬਦਲਦਾ ਹੈ, ਕਿਸੇ ਭਗਤ ਦਾ ਨਾਮ ਚੇਂਜ ਹੁੰਦਾ ਹੈ ਤਾਂ ਗੁਰੂ ਸਾਹਿਬ ਮੰਗਲ ਜ਼ਰੂਰ ਕਰਦੇ ਨੇ। ਵਸਤੂ ਨਿਰਦੇਸ਼ ਮੰਗਲ। ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤ ਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਭਗਤ ਰਵਿਦਾਸ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦਿਆਂ ਇਹ ਪਾਵਨ ਸ਼ਬਦ ਉਚਾਰ ਰਹੇ ਹਨ। ਦਾਰਿਦ ਦੇਖ ਸਭ ਕੋ ਹਸੈ। ਇਹ ਪਰਮੇਸ਼ਰ ਮੇਰੀ ਗਰੀਬੀ ਵੇਖ ਕੇ, ਮੇਰਾ ਦਲਿੱਦਰ ਵੇਖ ਕੇ ਪਹਿਲਾਂ ਸਾਰੇ ਕੋਈ ਹੱਸਦੇ ਸਨ। ਐਸੀ ਦਸ ਹਮਾਰੀ। ਮੇਰੀ ਅਜਿਹੀ ਹਾਲਤ ਸੀ ਕਿ ਹਰ ਕੋਈ ਮੇਰੀ ਗਰੀਬੀ ਵੇਖ ਕੇ ਜਾਂ ਕਰਤਾ ਭੋਗਦਾ ਜੰਮਣ ਮਨ ਰੂਪ ਦਲਿੱਦਰ ਵੇਖ ਕੇ ਹੱਸਦਾ ਸੀਗਾ, ਮੈਨੂੰ ਮਖੌਲ ਕਰਦਾ ਹੁੰਦਾ ਸੀ। ਭਗਤ ਰਵਿਦਾਸ ਜੀ ਦਾ ਅਵਤਾਰ ਦਿਹਾੜਾ ਮਾਘ ਦੀ ਪੁੰਨਿਆ ਨੂੰ ਆ ਰਿਹਾ ਹੈ। ਸਾਧ ਸੰਗਤ ਜੀਓ, ਗਰੀਬ ਘਰ ਦੇ ਵਿੱਚ, ਚਮਾਰ ਘਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਹੈ, ਜਿਨ੍ਹਾਂ ਨੂੰ ਲੋਕ ਬਹੁਤ ਮਾੜਾ ਗਿਣਦੇ ਨੇ। ਤੇ ਇਸ ਵਾਸਤੇ ਰਵਿਦਾਸ ਜੀ ਕਹਿੰਦੇ ਲੋਕ ਮੈਨੂੰ ਮਖੌਲ ਕਰਿਆ ਕਰਦੇ ਸਨ। ਆਸ਼ਟ ਦਸਾਂ ਸਿੱਧ ਕਰਤ ਲੈ। ਇਹ ਪਰਮੇਸ਼ਰ ਪਰ ਹੁਣ ਆਪ ਜੀ ਨੇ 8 ਦੇ 10 18 ਸਿੱਧੀਆਂ
ਮੇਰੇ ਹੱਥ ਦੀਆਂ ਤਲੀਆਂ ਤੇ ਰੱਖ ਦਿੱਤੀਆਂ ਹਨ। ਆ ਸਭ ਕਿਰਪਾ ਤੁਮਾਰੀ, ਇਹ ਸਾਰੀ ਤੁਹਾਡੀ ਹੀ ਕਿਰਪਾ ਹੈ, ਤੁਹਾਡੀ ਹੀ ਮਿਹਰ ਹੈ, ਤੁਹਾਡੀ ਹੀ ਬਖਸ਼ਿਸ਼ ਹੈ। ਤੂੰ ਜਾਣਤਾ ਮੈਂ ਕਿਛ ਨਹੀਂ, ਸੋ ਤੂੰ ਤਾਂ ਜਾਣਦਾ ਹੀ ਹੈ, ਹੋਰ ਤਾਂ ਭਾਵੇਂ ਕਿਸੇ ਨੂੰ ਕੁਛ ਨਹੀਂ ਪਤਾ ਕਿ ਮੈਂ ਤਾਂ ਕੁਝ ਵੀ ਨਹੀਂ ਹਾਂ। ਸੋ ਮੈਂ ਤਾਂ ਵੇਖੋ ਇੱਕ ਗਰੀਬ ਹਾਂ, ਨਿਮਾਣਾ ਜਿਹਾ ਹਾਂ। ਇਹ ਮਹਾਰਾਜ ਤੈਨੂੰ ਤਾਂ ਪਤਾ ਹੀ ਹੈ, ਲੋਕਾਂ ਦੇ ਭਾਣੇ ਆਪਾਂ ਬਾਬਾ ਜੀ ਹਾਂ, ਲੋਕਾਂ ਦੇ ਭਾਣੇ ਭਗਤ ਹਾਂ, ਲੋਕਾਂ ਦੇ ਭਾਣੇ ਸੰਤ ਹਾਂ, ਲੋਕਾਂ ਦੇ ਭਾਣੇ ਸਿੰਘ ਸਾਹਿਬ ਹਾਂ। ਪਰ ਜੋ ਸਾਡੀ ਪਹਿਲਾਂ ਹਾਲਤ ਸੀ ਉਹਦਾ ਤੈਨੂੰ ਪਤਾ ਹੀ ਹੈ ਵੀ ਅਸੀਂ ਕੌਣ ਸੀਗੇ। ਭੁੱਖੇ ਮਰਦੇ ਰੁਲਦੇ ਹੋਏ ਗੁਰਦੁਆਰੇ ਆਏ ਆ। ਝੂਠ ਤਾਂ ਬੋਲਣਾ ਨਹੀਂ ਚਾਹੀਦਾ, ਸੱਚੀ ਗੱਲ ਹੈ। ਹੁਣ ਤੈਨੂੰ ਤਾਂ ਪਤਾ ਹੀ ਆ, ਹੋਰ ਕਿਸੇ ਨੂੰ ਕੀ ਪਤਾ ਕਿ ਸਾਡੀ ਹਾਲਤ ਕੈਸੀ ਤਰਸਯੋਗ ਸੀ। ਜੋ ਹਮਰੀ ਬੇਦ ਹੋਤੀ ਮੇਰੇ ਸਤਿਗੁਰ, ਜੋ ਮੇਰੀ ਵਿਧੀ ਸੀਗੀ, ਮੇਰੀ ਹਾਲਤ ਸੀ, ਇਹ ਸਤਿਗੁਰ। ਧੰਨ ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਨੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰ, ਸਾ ਬਿਦ ਤੁਮ ਹਰ ਜਾਣੋ ਆਪੇ। ਉਹ ਸਾਡੀ ਵਿਧੀ ਹਾਲਤ ਨੂੰ ਇਹ ਵਾਹਿਗੁਰੂ ਤੂੰ ਆਪ ਹੀ ਜਾਣਦਾ ਹੈ ਗੁਰੂ ਸਾਹਿਬ। ਹਮ ਰੁਲਤੇ ਫਿਰਤੇ, ਅਸੀਂ ਗਲੀਆਂ ਬਾਜ਼ਾਰਾਂ 'ਚ ਰੁਲਦੇ ਫਿਰਦੇ ਸੀਗੇ। ਕੋਈ ਬਾਤ ਨਾ ਪੁੱਛਤਾ, ਸਾਡੀ ਕੋਈ ਗੱਲ ਨਹੀਂ ਸੀ ਪੁੱਛਦਾ। ਤੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਗੁਰੂਆਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸਾਡੇ ਗੁਰੂ ਅਮਰਦਾਸ ਜੀ ਦੇ ਗੁਰੂ ਸਤਿਗੁਰੂ ਅੰਗਦ ਦੇਵ ਜੀ ਤੇ ਗੁਰੂ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਮਿਲ ਕੇ ਹਾਂ ਅਸੀਂ ਕੀੜਿਆਂ ਵਰਗੇ ਵੀ ਅਸਥਿਤ ਹੋ ਗਏ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੀਰਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਹੈ ਤੂੰ ਆਪ ਦੇ ਦਾਸਾਂ ਦਾ, ਤੂੰ ਗੁਰੂ ਪਾਤਸ਼ਾਹ ਧੰਨ ਹੈ। ਧੰਨ ਧੰਨ ਗੁਰੂ ਨਾਨਕ ਜਨ ਕੀਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਜਿਨ੍ਹਾਂ ਦੇ ਮਿਲਦਿਆਂ ਸਾਰੇ ਸੋਗ ਅਫਸੋਸ ਸੰਤਾਪ ਸਾਡੇ ਚੁੱਕ ਗਏ। ਇਹ ਸੱਚੇ ਪਾਤਸ਼ਾਹ ਤੂੰ ਜਾਣਦਾ ਮੈਂ ਕਿਛ ਨਹੀਂ, ਤੂੰ ਜਾਣਦਾ ਵੀ ਮੈਂ ਕੁਝ ਵੀ ਨਹੀਂ ਹਾਂ। ਭਾਵ ਖੰਡਨ ਰਾਮ, ਜੋ ਸੰਸਾਰ ਦੇ ਜਮਨ ਮਨ ਦੇ ਪੈ ਨੂੰ ਕੱਟਣ ਵਾਲਾ ਰਮੰਤੀ ਸਾ ਰਾਮਾ, ਇਹ ਵਾਹਿਗੁਰੂ ਇਹ ਰਾਮ ਤੂੰ ਆਪ ਹੀ ਹੈ। ਇਸੇ ਪ੍ਰਕਾਰ ਤੂੰ ਜਾਣਤਾ ਮੈਂ ਕਿਛ ਨਹੀਂ, ਇਹ ਪਰਮੇਸ਼ਰ ਤੂੰ ਆਪ ਹੀ ਆਪਣੀ ਭਗਤੀ ਦੇ ਪ੍ਰਤਾਪ ਨੂੰ ਜਾਣਦਾ ਹੈ। ਮੈਂ ਤਾਂ ਕੁਝ ਵੀ ਨਹੀਂ ਜਾਣਦਾ। ਭਾਵ ਖੰਡਨ ਰਾਮ, ਭੈ ਦੇ ਦੇਣ ਵਾਲੇ, ਕਾਮ ਆਦਿ ਵਿਕਾਰਾਂ ਨੂੰ ਖੰਡਨ ਨਾਸ਼ ਕਰਨ ਵਾਲੇ ਇਹ ਰਾਮ ਇਹ ਪਰਮੇਸ਼ਰ। ਇਸੇ ਪ੍ਰਕਾਰ ਭਾਵ ਖੰਡਨ ਰਾਮ, ਸੋ ਭੈ ਦੇ ਦੇਣ ਵਾਲੇ, ਕਾਲ ਦੂਤਾਂ ਨੂੰ ਖੰਡਨ ਕਰਨ ਵਾਲੇ ਰਾਮ ਪਰਮੇਸ਼ਰ, ਤੂੰ ਜਾਣਤ ਮੈਂ ਕਿਛ ਨਹੀਂ। ਤੂੰ ਸਾਰਿਆਂ ਦੇ ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਹਿਰਦਿਆਂ ਦੀ ਜਾਣਨ ਵਾਲਾ ਹੈ। ਮੈਂ ਤੇਰੀ ਭਗਤੀ ਤੇ ਪ੍ਰਤਾਪ ਨੂੰ ਕੁਝ ਵੀ ਨਹੀਂ ਜਾਣਦਾ ਹਾਂ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਸਗਲ ਜੀ ਸਰਨਾਗਤੀ, ਸਾਰੇ ਜੀਆ ਜੰਦ ਆਪ ਜੀ ਦੀ ਸ਼ਰਨ ਓਟ ਦੇ ਵਿੱਚ ਆਗਤੀ ਪ੍ਰਾਪਤ ਹੋਏ ਹਨ। ਪ੍ਰਭ ਪੂਰਨ ਕਾਮ, ਇਹ ਸਾਰਿਆਂ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ ਪਰਮੇਸ਼ਰ
ਮੈਂ ਵੀ ਆਪ ਜੀ ਦੀ ਓਟ ਦੇ ਵਿੱਚ ਹਾਂ। ਹੇ ਵਾਹਿਗੁਰੂ ਜੀ, ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਜੋ ਤੇਰੀ ਸਰਨਾਗਤਾ ਇਹ ਪਰਮੇਸ਼ਰ, ਜੋ ਪੁਰਖ ਵੀ ਤੇਰੀ ਸ਼ਰਨ ਆਗਤਾ ਓਟ ਵਿੱਚ ਆ ਕੇ ਪ੍ਰਾਪਤ ਹੋਏ ਹਨ, ਤਿਨ ਨਾਹੀ ਭਾਰ ਇਹਨਾਂ ਨੂੰ ਮਾਤਾ ਦੇ ਗਰਭ 'ਚ ਸਿਰ ਭਾਰ, ਮਤਲਬ ਪੁੱਠਾ ਨਹੀਂ ਲਮਕਣਾ ਪਵੇਗਾ। ਜਾਂ ਇਸੇ ਪ੍ਰਕਾਰ ਤਿਨ ਨਾਹੀ ਭਾਰ ਉਹਨਾਂ ਨੂੰ ਜੰਮਣ ਮਰਨ ਦਾ ਵਜ਼ਨਦਾਇਕ ਦੁੱਖ ਨਹੀਂ ਲੱਗੇਗਾ। ਜਾਂ ਲੋਕ ਦੰਡ, ਪਿਤਰ ਦੰਡ, ਦੇਵ ਦੰਡ, ਪਰਲੋਕ ਦੇ ਵਿੱਚ ਇਹਨਾਂ ਦਾ ਭਾਰ ਨਹੀਂ ਉਹਨਾਂ ਨੂੰ ਲੱਗੇਗਾ। ਊਚ ਨੀਚਾ ਤੁਮ ਤੇ ਤਰੇ ਇਹ ਪਰਮੇਸ਼ਰ ਉੱਚੀ ਜਾਤੀ ਤੇ ਨੀਵੀਂ ਜਾਤੀ ਵਾਲੇ ਸ਼ਰਧਾਵਾਨ ਪੁਰਖ ਤੁਹਾਡੇ ਤੋਂ ਹੀ, ਤੁਹਾਡੀ ਮਿਹਰ ਤੋਂ ਹੀ ਤਰੇ ਹਨ। ਆਲਜ ਸੰਸਾਰ ਜੋ ਨਿਰਲੱਜ ਸੰਸਾਰ ਸਮੁੰਦਰ ਹੈ, ਇਹਦੇ ਤੋਂ ਆਪ ਜੀ ਦੀ ਕਿਰਪਾ ਦੇ ਨਾਲ ਹੀ ਪਾਰ ਲੰਘੇ ਹਨ। ਊਚ ਨੀਚਾ ਤੁਮ ਤੇ ਤਰੇ ਉੱਚੇ ਨੀਵੇਂ, ਉੱਤਮ, ਮੱਧਮ, ਕਨਿਸ਼ਟ ਪੁਰਖ, ਇਹ ਸੱਚੇ ਪਾਤਸ਼ਾਹ ਆਪ ਜੀ ਦੀ ਸ਼ਰਨ ਪੈਣ ਤੋਂ ਹੀ ਤਰੇ ਹਨ। ਆਲਜ ਸੰਸਾਰ ਜਿਹੜਾ ਇਹ ਸੰਸਾਰ ਰੂਪੀ ਆਲ ਘਰ ਹੈ, ਇਹਦੇ ਤੋਂ ਆਪ ਜੀ ਦੀ ਸ਼ਰਨ ਪੈਣ ਤੋਂ ਹੀ ਤਰੇ ਹਨ। ਇਸੇ ਪ੍ਰਕਾਰ ਊਚ ਨੀਚਾ ਤੁਮ ਤੇ ਤਰੇ ਜੋ ਊਚ ਨੀਚ ਆਦਿਕ ਸਾਰੇ ਪੁਰਖ ਹਨ, ਆਪ ਜੀ ਦੀ ਕਿਰਪਾ ਤੋਂ ਹੀ ਤਰੇ ਹਨ। ਆਲਜ ਸੰਸਾਰ ਜਿਹੜਾ ਸੰਸਾਰ ਬਸ਼ਰਮ ਹੋ ਕੇ ਵਿਕਾਰਾਂ 'ਚ ਲੱਗਿਆ ਹੋਇਆ, ਨਾ ਕਿਸੇ ਧੀ ਦੀ, ਨਾ ਕਿਸੇ ਭੈਣ ਦੀ, ਨਾ ਕਿਸੇ ਮਾਂ ਦੀ ਹੈ ਸ਼ਰਮ ਕਿਸੇ ਨੂੰ। ਇੱਕੋ ਜਗ੍ਹਾ ਤੇ ਧੀਆਂ ਭੈਣਾਂ ਸੱਭਿਆਚਾਰਕ ਪ੍ਰੋਗਰਾਮ ਕਰ ਰਹੀਆਂ ਦੇ ਚਿੱਟੀਆਂ ਦਾੜੀਆਂ ਵਾਲੇ ਬਾਬੇ ਉੱਥੇ ਬੈਠ ਕੇ ਉਹਨਾਂ ਨੂੰ ਦੇਖ ਰਹੇ ਨੇ। ਅਖੇ ਜੀ ਸਾਡਾ ਕਲਚਰ, ਪੰਜਾਬ ਦਾ ਕਲਚਰ ਇਹੋ ਜਿਹਾ ਸੀਗਾ। ਤੋ ਇਸ ਵਾਸਤੇ ਇਹ ਜਿਹੜਾ ਬੇਸ਼ਰਮ ਸੰਸਾਰ ਹੈ, ਇਹ ਆਲਜ ਸੰਪੂਰਨ ਸੰਸਾਰ ਹੈ। ਉੱਚੇ ਨੀਵੇਂ ਆਦਿ ਸਾਰੇ ਪੁਰਖ ਆਪ ਦੀ ਕਿਰਪਾ ਤੋਂ ਤਰੇ ਹਨ, ਪਰੰਤੂ ਜਿਹੜਾ ਆਪ ਦੀ ਸ਼ਰਨ 'ਚ ਪਿਆ ਉਹੀ ਤਰਿਆ ਹੈ। ਕਰਤਾ ਭੋਗਤਾ ਹਮਤਾ ਮਮਤਾ ਦੀ ਜਿਹੜੇ ਬੰਧਨਾਂ 'ਚ ਪਏ ਹੋਏ ਨੇ, ਉਹ ਭਾਵੇਂ ਸ੍ਰੇਸ਼ਟ ਭਾਵੇਂ ਨੀਚ ਜਾਤੀ ਵਾਲਾ, ਜਿਹਦੇ 'ਤੇ ਆਪ ਦੀ ਕਿਰਪਾ ਹੋ ਗਈ, ਆਪ ਦੀ ਸ਼ਰਨ 'ਚ ਪੈ ਗਿਆ, ਉਹ ਸੰਸਾਰ ਸਮੁੰਦਰ ਤੋਂ ਇਹ ਵਾਹਿਗੁਰੂ ਜੀ ਤਰ ਗਿਆ ਹੈ। ਕਹਿ ਰਵਿਦਾਸ ਇਕੱਥ ਕਥਾ ਰਵਿਦਾਸ ਜੀ ਕਹਿੰਦੇ ਨੇ ਕਿ ਇਹ ਪਰਮੇਸ਼ਰ ਆਪ ਜੀ ਦੀ ਤਟਸਥੀ ਲਖਣਾ ਤੇ ਸਰੂਪ ਲਖਣਾ ਵਾਲੀ ਜੋ ਕਥਾ ਵਾਰਤਾ ਹੈ, ਇਹ ਕਥਨ ਤੋਂ ਰਹਿਤ ਹੈ। ਕਥ ਕਥ ਕਥੀ ਕੋਟੀ ਕੋਟ ਕੋਟ, ਕਿੰਨੇ ਕਥਾਕੜ ਹੋ ਕੇ ਕਥਨ ਕਰਕੇ ਚਲੇ ਗਏ, ਕਿੰਨੇ ਕਥਨ ਕਰ ਰਹੇ ਨੇ ਤੇ ਕਿਤੇ ਆਉਣ ਵਾਲੇ ਸਮੇਂ 'ਚ ਕਥਨ ਕਰਨਗੇ ਆਪ ਦੀ ਕਥਾ। ਆਵੋ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕੇਰੀ ਕਿਤ ਦੁਆਰਾ ਪਾਈ ਹੈ। ਇਹ ਕਥਾ ਕਿਸੇ ਕੋਲੋਂ ਸੰਪੂਰਨ ਨਹੀਂ ਹੋਈ, ਇਸ ਲਈ ਇਹ ਆਪ ਜੀ ਦੀ ਕਥਾ ਅਕਥ ਹੈ। ਜਿਵੇਂ ਗੁਰਬਾਣੀ ਵਿੱਚ ਲਿਖਿਆ ਹੋਇਆ, ਸਾਧ ਕੀ ਮਹਿਮਾ ਵੇਦ ਨਾ ਜਾਣੈ। ਸੰਤਾਂ ਸਾਧੂਆਂ ਦੀ ਮਹਿਮਾ ਤਾਂ ਵੇਦ ਵੀ ਨਹੀਂ ਜਾਣਦਾ। ਜੇਤਾ ਸੁਣੈ ਹੈ ਤੇਤਾ ਬਖਿਆਨਾ, ਉਹ ਜਿੰਨਾ ਕੁ ਸੁਣਦਾ ਉਹਨਾਂ ਕੁ ਕਹਿੰਦਾ ਹੈ। ਇਹ ਆਪ ਦੀ ਕਥਾ ਅਕਥ ਹੈ। ਇਹ ਵਾਹਿਗੁਰੂ ਬਹੁ ਕਾਏ ਕਰੀਜੈ, ਇਸ ਲਈ ਸ਼ਕਤੀ ਬਿਰਤੀ ਕਰਕੇ ਬਹੁਤੀ ਕਾਹਦੇ ਵਾਸਤੇ ਕਥਨ ਕਰੀਏ, ਕਿਉਂਕਿ ਆਪ ਜੀ ਦੀ ਕਥਾ ਲਖਣਾ ਬਿਰਤੀ ਦੁਆਰਾ
ਜਾਣੀ ਨਹੀਂ ਜਾ ਸਕਦੀ ਹੈ। ਜੈਸਾ ਤੂੰ ਤੈਸਾ ਤੂੰ ਹੀ। ਇਹ ਪਰਮੇਸ਼ਰ, ਜਿਹੋ ਜਿਹਾ ਤੂੰ ਆਪ ਹੈ ਉਹੋ ਜਿਹਾ ਕੇਵਲ ਤੂੰ ਆਪ ਹੀ ਹੈ, ਭਾਵ ਤੇਰੇ ਸਦਰਸ਼ ਹੋਰ ਕੋਈ ਨਹੀਂ ਹੈ। ਕਿਆ ਉਪਮਾ ਦੀਜੈ। ਇਸ ਲਈ ਆਪ ਜੀ ਨੂੰ ਕਿਹੜੀ ਉਪਮਾ ਵਡਿਆਈ ਦੇਣਾ ਕਰੀਏ। ਭਾਵ ਜੇ ਤੈਨੂੰ ਆਕਾਸ਼ ਵਾਂਗ ਕਹੀਏ ਤੇ ਆਕਾਸ਼ ਜੜ ਤੇ ਸੁੰਨ ਹੈ, ਪਰ ਆਪ ਜੀ ਚੇਤਨ ਸਰੂਪ ਹੋ ਤੇ ਸਾਰਿਆਂ ਦੇ ਅੰਦਰ ਹਰਕਤ ਕਰਨ ਕਰਾਉਣ ਵਾਲੇ ਹੋ। ਜੇਕਰ ਸੂਰਜ ਵਾਂਗ ਕਹੀਏ ਤਾਂ ਸੂਰਜ ਤਾਮਸੀ ਹੋਣ ਕਰਕੇ ਸਾੜਦਾ ਹੈ, ਪਰ ਆਪ ਜੀ ਤਮੋਗੁਣ ਨੂੰ ਨਾਸ਼ ਕਰਨ ਵਾਲੇ ਹੋ ਤੇ ਆਪ ਦੇ ਪ੍ਰਕਾਸ਼ ਦੇ ਨਾਲ ਸ਼ਾਂਤੀ ਮਿਲਦੀ ਹੈ, ਸਾੜ ਨਹੀਂ ਬਹਿੰਦਾ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਬਜੇ ਬਾਜੀ ਅਨਹਦ ਤੂਰੇ। ਜੇਕਰ ਚੰਦਰਮਾ ਵਰਗਾ ਕਹੀਏ ਤਾਂ ਚੰਦਰਮਾ ਦੀ ਰੋਸ਼ਨੀ ਵੱਧਦੀ ਘਟਦੀ ਹੈ, ਪਰ ਆਪ ਜੀ ਵਧਣ ਘਟਣ ਤੋਂ ਰਹਿਤ ਇੱਕ ਰਸ ਹੋ। ਇਸ ਕਰਕੇ ਇਹ ਵਾਹਿਗੁਰੂ, ਜਿਹੋ ਜਿਹਾ ਤੂੰ ਆਪ ਹੈ ਉਹੋ ਜਿਹਾ ਕੇਵਲ ਤੂੰ ਆਪ ਹੀ ਹੈ, ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਬਿਲਾਵਲ। ਬਿਲਾਵਲ ਰਾਗ ਦੇ ਵਿੱਚ ਇਹ ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ ਦਾ ਦੂਜਾ ਸ਼ਬਦ ਹੈ। ਸੋ ਗੁਰੂ ਸਾਹਿਬ ਲਿਖਵਾ ਰਹੇ ਹਨ। ਰਵਿਦਾਸ ਭਗਤ ਜੀ ਇਸ ਪਾਵਨ ਸ਼ਬਦ 'ਚ ਪਰਮੇਸ਼ਰ ਦੇ ਭਜਨ ਸਿਮਰਨ ਕਰਨ ਵਾਲੇ ਮਹਾਤਮਾ ਜਨਾਂ ਦੀ ਮਹੱਤਤਾ ਕਥਨ ਕਰਦੇ ਨੇ। ਜਿਹ ਕੁਲ ਸਾਧ ਬੈਸਨੋ ਹੋਏ। ਜਿਸ ਦੀ ਵੰਸ਼ ਖਾਨਦਾਨ ਵਿੱਚ ਆਪਣੇ ਮਨ ਨੂੰ ਸਾਧਨ ਵਾਲਾ ਜਾਂ ਸ੍ਰੇਸ਼ਟ ਮਹਾਂਪੁਰਖ ਤੇ ਵਿਸ਼ਵ ਸ੍ਰਿਸ਼ਟੀ ਦੀ ਨੌ ਭਾਵ ਅਨਚੇਸ਼ਟਾ ਕਰਾਉਣ ਵਾਲੀ ਪਰਮੇਸ਼ਰ ਦਾ ਭਗਤ ਪੈਦਾ ਹੁੰਦਾ ਹੈ। ਵਰਨ ਅਪਰਨ ਰੰਕ ਨਹੀਂ ਈਸਰ। ਭਾਵੇਂ ਉਹ ਸ੍ਰੇਸ਼ਟ ਜਾਤੀ ਵਾਲਾ ਤੇ ਭਾਵੇਂ ਉਹ ਨੀਮ ਜਾਤ ਵਾਲਾ ਹੈ, ਉਹ ਕੰਗਾਲ ਨਹੀਂ ਹੈ, ਉਹ ਈਸ਼ਰ ਰੂਪ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਪ੍ਰਕਾਰ ਵਰਨ ਅਪਰਨ ਰੰਕ ਨਹੀਂ ਈਸਰ। ਉਸ ਦੀ ਦ੍ਰਿਸ਼ਟੀ 'ਚ ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ਼ ਆਦਿਕ ਵਰਨ, ਅਵਰਨ, ਨੀਚ, ਚੰਡਾਲ ਆਦਿਕ ਕੰਗਾਲ ਤੇ ਈਸ਼ਰ ਭਾਵ ਰਾਜ ਆਦਿਕ ਦੁੰਦਵਾਦ ਨਹੀਂ ਹੈ। ਬਿਮਲ ਬਾਸਾ ਜਾਨੀਆ ਜਗ ਸੋਏ। ਇਸੇ ਕਰਕੇ ਉਹਦੀ ਸੰਸਾਰ 'ਚ ਅਵਿਦਿਆ ਰੂਪੀ ਮੈਲ ਤੋਂ ਰਹਿਤ ਬ੍ਰਹਮ ਵਿਦਿਆ ਵਾਲੀ ਸ਼ੁੱਧ ਵਾਸ਼ਨਾ ਜਾਣੀ ਜਾਂਦੀ ਹੈ, ਜਾਂ ਭਗਤੀ ਰੂਪ ਉਜਲ ਵਾਸ਼ਨਾ ਜਾਣੀ ਜਾਂਦੀ ਹੈ, ਜਾਂ ਉਜਲ ਜਸ ਰੂਪ ਵਾਸ਼ਨਾ ਜਾਣੀ ਜਾਂਦੀ ਹੈ। ਰਹਾਉ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਬ੍ਰਾਹਮਣ ਬੈਸ ਸੂਦ ਅਰ ਖੱਤਰੀ। ਭਾਵੇਂ ਕੋਈ ਹੋਵੇ ਬ੍ਰਾਹਮਣ ਤੇ ਭਾਵੇਂ ਹੋਵੇ ਵੈਸ਼ ਤੇ ਭਾਵੇਂ ਹੋਵੇ ਸ਼ੂਦਰ ਤੇ ਭਾਵੇਂ ਹੋਵੇ ਖੱਤਰੀ। ਡੋਮ ਚੰਡਾਰ ਮਲੇਸ਼ ਮਨ ਸੋਏ। ਭਾਵੇਂ ਡੂਮ ਰਾਸੀ ਹੋਵੇ ਤੇ ਭਾਵੇਂ ਚੰਡਾਲ ਚੂੜਾ ਹੋਵੇ, ਜਾਂ ਭਾਵੇਂ ਮਲੇਸ਼ ਮੁਸਲਮਾਨ ਹੋਵੇ। ਸਾਰੇ ਮੁਸਲਮਾਨ ਤਾਂ ਮਾੜੇ ਨਹੀਂ, ਇਸ ਲਈ ਮਲੇਸ਼ ਦਾ ਅਰਥ ਹੈ ਮੈਲੀ ਇੱਛਾ ਵਾਲਾ। ਕੋਈ ਵੀ ਉਹ ਮਨ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਸ਼ੋਭਾ ਵਾਲਾ ਹੋ ਜਾਂਦਾ, ਉਹ ਪੁਰਖ ਸ਼੍ਰੋਮਣੀ ਹੋ ਜਾਂਦਾ ਹੈ। ਹੋਏ ਪਨੀਤਾ ਭਗਵੰਤ ਭਜਨ ਤੇ। ਇੰਜ ਉਹ ਪੁਰਖ ਪਰਮੇਸ਼ਰ ਦਾ ਭਜਨ ਸਿਮਰਨ ਕਰਨ ਨਾਲ ਪਵਿੱਤਰ ਹੋ ਜਾਂਦਾ ਹੈ। ਬੀਜ ਮੰਤਰ ਸਰਬ ਕੋ ਗਿਆਨ, ਚੋ ਵਰਨਾ ਮੈਂ ਜਪੈ ਕੋ ਨਾਮ। ਆਪ ਤਾਰ ਤਾਰੇ ਕੁਲ ਦੋਏ। ਉਹ ਪੁਰਖ ਆਪਣੇ ਆਪ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਤੇ ਆਪਣੇ ਨਾਨਕੇ ਦਾਤਕਿਆਂ ਦੀਆਂ ਦੋਵੇਂ ਕੁਲਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਜਾਂ ਜੋ ਇਸ ਕੁਲ ਦੇ ਵਿੱਚ ਇਸ ਲੋਕ ਦੇ ਵਿੱਚ ਕੁਲਾਂ ਨੇ ਤੇ ਜੋ ਕੁਲਾਂ ਦੇ ਜੀਵ ਮਰ ਕੇ ਪਰਲੋਕ ਨੂੰ ਗਏ ਨੇ,
ਇਉਂ ਦੋਹਾਂ ਥਾਵਾਂ ਦੀਆਂ ਕੁਲਾਂ ਨੂੰ ਤਾਰ ਲੈਂਦਾ ਹੈ। ਇਸੇ ਪ੍ਰਕਾਰ ਆਪ ਤਾਰ ਤਾਰੇ ਕੁਲ ਦੋਏ। ਦਵੈਤ ਰੂਪੀ ਕੁਲ ਨੂੰ ਵੀ ਤਾਰ ਲੈਂਦਾ, ਦੇਵੀ ਸੰਪਦਾ ਨੂੰ ਆਸਰੀ ਸੰਪਦਾ ਤੋਂ ਛੁਡਾ ਕੇ ਇਉਂ ਦੋਹਾਂ ਕੁਲਾਂ ਦਾ ਉਧਾਰ ਕਰ ਦਿੰਦਾ ਹੈ। ਧੰਨ ਸੁਗਾਉ ਜਿੱਥੇ ਪਰਮੇਸ਼ਰ ਦਾ ਭਜਨ ਸਿਮਰਨ ਕਰਨ ਵਾਲਾ ਗੁਰਮੁਖ ਪਿਆਰਾ ਵਸਦਾ ਹੈ, ਉਹ ਜਿਹੜਾ ਗਾਉਂ ਪਿੰਡ ਹੈ, ਨਗਰ ਹੈ, ਉਹ ਵੀ ਧਨਤਾ ਦੇ ਯੋਗ ਹੈ। ਹੰਸਾਲੀ ਸਾਹਿਬ ਬਣ ਗਿਆ। ਤੇ ਭਰਤਗੜ੍ਹ ਉੱਥੇ ਵੀ ਮਹਾਂਪੁਰਖਾਂ ਦਾ ਸਥਾਨ ਹੈ। ਨਾਨਕਸਰ ਸਾਹਿਬ, ਉਹ ਆਲੇ ਦੁਆਲੇ ਦੇ ਜਿਹੜੇ ਨਗਰ ਨੇ, ਕੌਂਕੇ ਕਲਾਂ ਹੋਇਆ, ਗਾਲਬ ਕਲਾਂ ਹੋਇਆ, ਜਗਰਾਓਂ ਵੇਖੋ ਸਾਰੇ ਪ੍ਰਸਿੱਧ ਹੋ ਗਿਆ ਗੁਰੂ ਮਹਾਰਾਜ ਜੀ ਦੇ ਨਾਮ ਦੇ। ਨਾਨਕਸਰ ਸਾਹਿਬ ਤੋ ਮਹਾਂਪੁਰਖ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ। ਮਸਤੂਆਣਾ ਸਾਹਿਬ ਬਾਬਾ ਅਤਰ ਸਿੰਘ ਸਾਹਿਬ ਜੀ ਦਾ ਸਥਾਨ। ਮਹਿਤਾ ਸਾਹਿਬ, ਮਹਿਤਾ ਛੋਟਾ ਜਿਹਾ ਹੀ ਪਿੰਡ ਹੈ, ਤੇ ਇੱਥੇ ਵੇਖੋ ਕਿੰਨੀਆਂ ਲਹਿਰਾਂ ਬਹਿਰਾਂ ਲੱਗੀਆਂ ਹੋਈਆਂ ਹਨ। ਆ ਮਾਰਚ ਮਹੀਨੇ ਜੋ ਭਾਈ ਜਸਵੀਰ ਸਿੰਘ ਜੀ ਖੰਨੇ ਵਾਲਿਆਂ ਦਾ ਪਾਵਨ ਸਥਾਨ ਹੈ, ਉੱਥੇ ਜੋੜ ਮੇਲਾ ਲੱਗਦਾ, ਲਾਈਵ ਤੇ ਸਭ ਦੁਨੀਆ 'ਚ ਜਾਂਦਾ। ਇਸ ਅਸਥਾਨ ਦੀ ਹੋਂਦ ਕਰਕੇ, ਸ਼ਹੀਦਾਂ ਦੇ ਪਾਵਨ ਸਥਾਨ ਕਰਕੇ ਕਿੰਨੀ ਮਹਿਮਾ। ਸੋਹਾਣਾ ਸਾਹਿਬ, ਇਉਂ ਰਸਨਾ ਤੇ ਸਾਹਿਬ ਮਾਲਕ ਕੁਦਰਤੀ ਆ ਜਾਂਦਾ ਹੈ। ਤਾਂ ਪਿੰਡਾਂ ਵਰਗਾ ਪਿੰਡ ਹੀ ਹੈ, ਪਰ ਸ਼ਹੀਦਾਂ ਦਾ ਖੂਨ ਡੁੱਲਿਆ, ਮਹਾਂਪੁਰਖਾਂ ਦੇ ਸ਼ਹੀਦਾਂ ਦੇ ਚਰਨ ਪਏ ਤੇ ਸੋਹਾਣਾ ਸਾਹਿਬ। ਤੋ ਇਸ ਤਰੀਕੇ ਦੇ ਨਾਲ ਜਿੱਥੇ ਜਿੱਥੇ ਵੀ ਗੁਰਦੁਆਰਾ ਬਾਗ ਸ਼ਹੀਦਾਂ ਵੇਖੋ ਹੈ, ਤਾਂ ਬਾਗ ਸੀਗਾ, ਤੋ ਸ਼ਹੀਦਾਂ ਦੇ ਨਾਮ ਦੇ ਨਾਲ ਲੱਗਣ ਕਰਕੇ ਪਵਿੱਤਰ ਹੋ ਗਿਆ। ਉਹ ਗਾਉਂ, ਉਹ ਪਿੰਡ ਧਨਤਾ ਦੇ ਯੋਗ ਹੈ। ਧਨ ਸੋ ਠਾਉ, ਉਹ ਥਾਂ ਵੀ ਧਨਤਾ ਦੇ ਯੋਗ ਹੈ। ਧਨ ਪਨੀਤਾ, ਸੋ ਉਹ ਪਵਿੱਤਰ ਹਨ ਲੋਕ ਸਾਰੇ। ਕੁਟੰਬ ਸਭ ਲੋਏ। ਕੁਟੰਬ ਇਸਤਰੀ ਤੋਂ ਵਧਿਆ ਪਰਿਵਾਰ ਵੀ ਧਨਤਾ ਦੇ ਯੋਗ, ਤੇ ਉਸ ਦੀ ਸੰਗਤ ਕਰਨ ਵਾਲੇ ਸਾਰੇ ਲੋਕ ਵੀ ਪਵਿੱਤਰ ਹਨ। ਜਿੱਥੇ ਪਰਮੇਸ਼ਰ ਦਾ ਭਜਨ ਕਰਨ ਵਾਲਾ ਪਿਆਰਾ ਗੁਰਮੁਖ ਵਸਦਾ ਹੈ। ਸੋ ਇਉਂ ਉਹ ਗੁਰਮੁਖ ਪੁਰਖ ਜਿਹੜੇ ਹਨ, ਉਹਨਾਂ ਬਾਬਤ ਭਗਤ ਰਵਿਦਾਸ ਜੀ ਫਰਮਾਉਂਦੇ ਨੇ। ਧੰਨ ਸੁਗਾਉ, ਗਾਉਂ ਗਾਉਂ ਦੀ ਤਰ੍ਹਾਂ ਉਹਨਾਂ ਦਾ ਸਰੀਰ ਧਨ ਹੈ। ਕਬੀਰ ਸੰਤਨ ਕੀ ਝੁੰਗੀਆਂ ਭਲੀ। ਝੁੰਗੀ ਜਿਵੇਂ ਛੋਟੀ ਹੁੰਦੀ ਹੈ ਤੇ ਕੱਖਾਂ ਦੀ ਹੁੰਦੀ ਹੈ, ਇੰਜ ਸੰਤਾਂ ਦਾ ਸਰੀਰ ਭਾਵੇਂ ਛੋਟਾ ਕਮਜ਼ੋਰ ਹੈ, ਉਹ ਵੀ ਚੰਗਾ ਹੈ। ਭੱਠ ਕੁਸੱਤੀ ਗਾਓ, ਭੱਠ 'ਚ ਪੈਣ ਉਹ ਗਾਂ, ਉਹ ਪਿੰਡ ਜਿਹੜੇ ਕੁਸੱਤੀ ਸੋ ਖੋਟੇ ਪਾਸੇ ਲੱਗੇ ਹੋਏ ਨੇ, ਝੂਠ ਵਾਲੇ ਪਾਸੇ ਲੱਗੇ ਹੋਏ ਨੇ, ਜਾਂ ਭੱਠ 'ਚ ਪੈਣ ਉਹਨਾਂ ਦੇ ਵੱਡੇ ਵੱਡੇ ਸਰੀਰ ਜਿਹੜੇ ਸਾਖਤ ਪੁਰਖ ਹਨ। ਇੰਜ ਕਬੀਰ ਸੰਤਨ ਕੀ ਝੁੰਗੀਆਂ ਭਲੀ, ਭੱਠ ਕੁਸੱਤੀ ਗਾਓ। ਆਗ ਲਗੋ ਤੇ ਤੌਲ ਹਰ ਜੇ ਨਾਹੀ ਹਰ ਕੋ ਨਾਉ। ਤੌਲਰ ਕਹਿੰਦੇ ਵੱਡੇ ਵੱਡੇ ਮਕਾਨਾਂ ਨੂੰ, ਦੋ ਹਾਸਨੀਆਂ, ਚੌ ਹਾਸਨੀਆਂ, ਬੜੀ ਬੜੀਆਂ ਹਵੇਲੀਆਂ, ਬਹੁ ਮੰਜ਼ਲੀ ਇਮਾਰਤਾਂ ਭੱਠ 'ਚ ਪੈਣ, ਜਿੱਥੇ ਹਰੀ ਪਰਮੇਸ਼ਰ ਦਾ ਨਾਮ ਨਹੀਂ ਹੈ। ਇਉਂ ਗਾਉਂ ਦੀ ਤਰ੍ਹਾਂ, ਪਿੰਡ ਦੀ ਤਰ੍ਹਾਂ ਉਹ ਗੁਰਮੁਖ ਪੁਰਖਾਂ ਦਾ ਸਰੀਰ ਧਨ ਹੈ। ਧਨ ਸੁਠਾਉ, ਅਤੇ ਉਹ ਸਾਧ ਸੰਗਤ ਜੀ, ਉਹ ਹਿਰਦਾ ਰੂਪੀ ਅਸਥਾਨ ਹੈ, ਉਹ ਵੀ ਧਨਤਾ ਦੇ ਯੋਗ ਹੈ, ਜਿੱਥੇ ਕਿ ਪਰਮੇਸ਼ਰ ਦਾ ਉਹ ਨਾਮ ਜਪਦੇ ਨੇ। ਧਨ ਪਨੀਤਾ, ਕੁਟੰਬ ਸਭ ਲੋਏ। ਸੋ ਉਹਨਾਂ ਦੇ ਸਰੀਰ ਦੇ ਅੰਗ ਵੀ ਪਿੱਤਰ ਤੇ ਧਨਤਾ ਯੋਗ ਨੇ। ਸ਼ਾਂਤੀ ਰੂਪ ਇਸਤਰੀ ਤੇ ਦੇਵੀ ਰੂਪ ਸੰਪਦਾ, ਸਾਰੇ ਲੋਕ ਵੀ ਧਨਤਾ ਦੇ ਯੋਗ ਹਨ।
ਇਸੇ ਪ੍ਰਕਾਰ ਧਨ ਸੁਗਾਓ ਉਹ ਗੁਰਮੁਖ ਗਾਉ ਨਗਰ ਅਤੇ ਧਨ ਸੋ ਠਾਓ ਥਾਂ ਅਸਥਾਨ ਪਰਮੇਸ਼ਰ ਦੇ ਭਜਨ ਕਰਕੇ ਪਵਿੱਤਰ ਤੇ ਧਨਤਾ ਦੇ ਯੋਗ ਹੋ ਗਏ। ਗੁਰਮੁਖ ਵੀ, ਪਿੰਡ ਵੀ, ਜਗ੍ਹਾ ਵੀ, ਜਿੱਥੇ ਜਿੱਥੇ ਨਾਮ ਜਪਿਆ ਜਾਂਦਾ, ਭਾਵੇਂ ਸਰੀਰ ਕਰਕੇ, ਭਾਵੇਂ ਜਗ੍ਹਾ 'ਤੇ, ਭਾਵੇਂ ਥਾਂ 'ਤੇ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਤਲ ਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਕੋਇ ਦਾ ਸੇਈ ਨਗਰ ਉਜਾੜੀ ਜੀਓ। ਆ ਰੁੱਖੀ ਰੋਟੀ ਖਾਈ ਸੰਭਾਲੈ ਹਰਿ ਅੰਤਰ ਬਾਹਰ ਨਦਰ ਨਿਹਾਲੇ। ਇਹ ਜਿਹੜਾ ਪਾਵਨ ਸ਼ਬਦ ਹੈ ਭਾਈ ਹੇਮੇ ਦੀ ਝੌਂਪੜੀ 'ਚ ਸਾਹਿਬਾਂ ਨੇ ਉਚਾਰਿਆ। 3 ਸ਼ਬਦ ਉਚਾਰੇ। ਇੱਕ ਪੌੜੀ ਉਚਾਰੀ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛੰਨਾ, ਜਾਤ ਨਾ ਪਤ ਨਾ ਆਦਰ ਉਦਿਆਨ ਪਰ ਮਿੰਨਾ, ਮਿੱਤਰ ਨੈਠ ਤਨ ਰੂਪਹੀਨ ਕੇ ਸਾਕ ਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਇੱਕ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੀ ਅਸਤਿਲ ਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਏ ਦਾ ਸੇਈ ਨਗਰ ਉਜਾੜੀ ਜੀਓ। ਇਹ ਸੋ ਇਹ ਜਿੱਥੇ ਭਾਈ ਹੇਮੇ ਦੀ ਝੌਂਪੜੀ ਸੀਗੀ, ਉਦੋਂ ਦਾ ਝੌਂਪੜੀ ਸੀ, ਟੁੱਟੀ ਮੰਜੀ 'ਤੇ ਗੁਰੂ ਸਾਹਿਬ ਨੂੰ ਉਹਨੇ ਬਿਠਾਇਆ ਅਤੇ ਜੋ ਵੀ ਸਰਦਾ ਪੁੱਜਦਾ ਅੰਨ ਦਾਣਾ ਗੁਰੂ ਸਾਹਿਬ ਨੂੰ ਛਕਾਇਆ ਅਤੇ ਸਾਰੀ ਰਾਤ ਉੱਥੇ ਭਜਨ ਸਿਮਰਨ ਹੁੰਦਾ ਰਿਹਾ। ਉੱਥੇ ਹੁਣ ਸੋਨੇ ਦੇ ਕਲਸਾਂ ਵਾਲੇ ਸੰਗਮਰਮਰ ਮੜ੍ਹੇ ਹੋਏ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਸੁਸ਼ੋਭਿਤ ਹਨ। ਜਿਹੜੀ ਖਾਨਾਂ ਦੀ ਪੁਰੀ ਸੀਗੀ, ਜਿਹਦੇ 'ਚ ਗੁਰੂ ਸਾਹਿਬ ਨੂੰ ਇੱਕ ਰਾਤ ਰਹਿਣ ਵਾਸਤੇ ਜਗ੍ਹਾ ਨਹੀਂ ਦਿੱਤੀ ਉਹਨਾਂ ਪਠਾਣਾਂ ਨੇ, ਉਹ ਉਜੜਿਆ ਪਿਆ ਹੋਇਆ ਹੈ। ਜਿੱਥੇ ਭਾਈ ਹੇਮੇ ਦੀ ਝੌਂਪੜੀ ਉੱਥੇ ਗੁਰਦੁਆਰਾ ਸਾਹਿਬ ਹੈ। ਗੋਇੰਦਵਾਲ ਸਾਹਿਬ ਨੂੰ ਜਾਂਦਿਆਂ ਰਸਤੇ 'ਚ ਨਹਿਰ ਦੀ ਕੰਢੇ 'ਤੇ ਇਹ ਗੁਰਦੁਆਰਾ ਹੈ, ਜੇ ਗਏ ਤਾਂ ਦਰਸ਼ਨ ਕਰਿਓ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦਾ ਜਿਹੜਾ ਜੱਦੀ ਨਗਰ ਹੈ ਉਹ ਸਰਹਾਲੀ ਦੇ ਨਜ਼ਦੀਕ ਹੈ। ਅਤੇ ਉੱਥੇ ਜਦ ਮਹਾਰਾਜ ਇੱਕ ਵਾਰ ਆਏ ਅਤੇ ਪਿੰਡ ਵਾਲਿਆਂ ਨੇ, ਸ਼ਰੀਕੇ ਵਾਲਿਆਂ ਨੇ ਗੁਰੂ ਸਾਹਿਬ ਨੂੰ ਬੈਠਣ ਨਹੀਂ ਦਿੱਤਾ। ਮਹਾਰਾਜ ਨੂੰ ਕਹਿੰਦੇ ਤੁਸੀਂ ਉੱਠ ਕੇ ਚਲੇ ਜਾਓ। ਗੁਰੂ ਸਾਹਿਬ ਕਹਿੰਦੇ ਅਸੀਂ ਕਬਜ਼ਾ ਨਹੀਂ ਕਰਨਾ ਹੈ। ਇੱਕ ਰਾਤ ਜਾਂ ਜਿੰਨੀ ਮੌਜ ਹੈ 2 ਰਾਤਾਂ ਆਪਾਂ ਕੱਟਣੀਆਂ ਨੇ, ਮੁੜ ਕੇ ਚਲੇ ਜਾਵਾਂਗੇ। ਕਹਿਣ ਲੱਗੇ ਨਹੀਂ, ਤੁਸੀਂ ਇੱਥੇ ਬੈਠ ਕੇ ਅਤੇ ਇੱਥੋਂ ਦੇ ਲੋਕਾਂ ਨੂੰ ਆਪਣੇ ਪੱਖ ਦਾ ਕਰ ਲਵੋਗੇ, ਅਪਣਾ ਲਵੋਗੇ। ਤੁਹਾਡਾ ਕੀ ਭਰੋਸਾ, ਅਸੀਂ ਤੁਹਾਨੂੰ ਇੱਥੇ 1 ਮਿੰਟ ਨਹੀਂ ਬਹਿਣ ਦੇਣਾ। ਮਾਰੇ ਕਹਿੰਦੇ ਅੱਛਾ ਜੀ। ਅਤੇ ਗੁਰੂ ਸਾਹਿਬ ਉੱਠ ਕੇ ਬਾਹਰ ਜਿੱਥੇ ਪੈਲੀਆਂ ਸੀਗੀਆਂ, ਉਜਾੜ ਸੀ, ਉੱਥੇ ਜਾ ਕੇ ਚੌਂਕੜਾ ਮਾਰ ਕੇ ਬੈਠ ਗਏ। ਉੱਥੇ ਤਾਂ ਗੁਰਦੁਆਰਾ ਬਣਿਆ ਹੋਇਆ। ਉੱਥੇ 6ਵੇਂ ਪਾਤਸ਼ਾਹ ਜੀ ਵੀ ਗਏ ਨੇ, ਗੁਰੂ ਹਰਗੋਬਿੰਦ ਸਾਹਿਬ ਵੀ। ਲਾਗੇ 5ਵੇਂ ਪਾਤਸ਼ਾਹ ਜੀ ਦਾ ਚੋਲਾ ਸਾਹਿਬ ਹੈ ਅਤੇ ਚੋਲੇ ਦੇ ਨਜ਼ਦੀਕ ਹੀ ਇਹ ਬੜਾ ਸੁੰਦਰ ਗੁਰਦੁਆਰਾ ਸਾਹਿਬ ਮਹਾਰਾਜ ਦਾ ਸਥਾਨ। ਉਹ ਜਿਹੜਾ ਪਿੰਡ ਸੀਗਾ ਉਹ ਉਜੜ ਪੁਜੜ ਗਿਆ ਅਤੇ ਜਿੱਥੇ ਮਹਾਰਾਜ ਨੇ ਨਿੱਧਰੇ ਚੌਂਕੜਾ ਮਾਰਿਆ ਹੋਇਆ ਸੀ ਉੱਥੇ ਸਾਧ ਸੰਗਤ ਜੀ ਸੋਹਣਾ ਗੁਰਦੁਆਰਾ ਬਣਿਆ ਹੋਇਆ। ਇਉਂ ਉਹ ਜਿਹੜਾ ਪਿੰਡ ਹੈ, ਨਗਰ ਹੈ, ਉਹ ਜਿਹੜੀ ਜਗ੍ਹਾ ਹੈ, ਉਹ ਜਿਹੜਾ ਅਸਥਾਨ ਹੈ ਜਿੱਥੇ ਜਾ ਕੇ ਪ੍ਰਭੂ ਦਾ ਨਾਮ ਜਪਿਆ ਜਾਂਦਾ, ਸੰਗਤ ਜੁੜਦੀ ਹੈ, ਉਹ ਧਨਤਾ ਦੇ ਯੋਗ ਹੋ ਗਏ ਹਨ। ਧਨ ਪਨੀਤ ਕਟੰਬ ਸਭ ਲੋਏ। ਪਰ ਉਸ ਪੁਰਖ ਦੀ ਸੰਗਤ ਕਰਨ ਵਾਲੇ ਸਾਰੇ ਲੋਕ ਵੀ ਧਨ ਨਿਹਾਲ ਹੋ ਗਏ। ਜਾਂ ਲੋਏ ਨਾਮ ਹੈ ਪ੍ਰਕਾਸ਼ ਦਾ। ਗੁਰਮੁਖ ਜਨ ਸਭਨਾਂ ਨੂੰ ਗਿਆਨ ਦੀ ਪ੍ਰਾਪਤੀ ਕਰਕੇ ਨਿਹਾਲ ਕਰਾ ਦਿੰਦਾ ਹੈ। ਜਿਨ ਪੀਆ ਸਾਰ ਰਸ। ਜਿਹਨੇ ਗੁਰਾਂ ਦੁਆਰਾ ਸ੍ਰੇਸ਼ਟ ਅਸਲੀ ਆਤਮਕ ਆਨੰਦ ਰੂਪ ਰਸ ਪੀਣਾ ਕੀਤਾ ਹੈ। ਅਜੇ ਆਨ ਰਸ। ਉਹਨੇ ਹੋਰ ਦੁਨਿਆਵੀ ਰਸ ਜਾਂ ਅਦਵੈਤ ਵਾਲੇ ਰਸ ਸਾਰੇ
ਛੱਡ ਦਿੱਤੇ ਨੇ, ਤਿਆਗ ਦਿੱਤੇ ਨੇ। ਹੋਏ ਰਸ ਮਗਨ ਉਹਨੇ ਪ੍ਰੇਮ ਰਸ ਜਾਂ ਨਾਮ ਰਸ ਦੇ ਵਿੱਚ ਮਸਤ ਹੋ ਕੇ ਡਾਰੇ ਬਿਖ ਖੋਏ ਵਿਸ਼ਿਆਂ ਦੀ ਭੈੜੀ ਆਦਤ ਨੂੰ ਨਾਸ਼ ਕਰ ਸੁੱਟਿਆ ਹੈ। ਪੰਡਤ ਸੂਰ ਛਤਰਪਤ ਰਾਜਾ ਭਾਵੇਂ ਕੋਈ ਬਹੁਤਾ ਪੰਡਿਤ ਵਿਦਵਾਨ ਹੈ, ਭਾਵੇਂ ਸੂਰਮਾ ਹੈ, ਤੇ ਭਾਵੇਂ ਛਤਰ ਚੱਕਰਵਰਤੀ ਰਾਜਾ ਪਾਤਸ਼ਾਹ ਹੈ, ਭਗਤ ਬਰਾਬਰ ਔਰ ਨ ਕੋਏ ਪਰੰਤੂ ਨਾਮ ਜਪਣ ਵਾਲੇ ਭਗਤ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੋ ਸਕਦਾ। ਆ 2 ਦਿਨ ਪਹਿਲਾਂ ਹੀ ਕਥਾ ਆਈ ਸੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸੋ ਸੰਤਾਂ ਭਗਤਾਂ ਦੇ ਬਰਾਬਰ, ਮਹਾਰਾਜ ਦੇ ਆਪ ਦੇ ਬਰਾਬਰ ਕੋਈ ਵੀ, ਵੇਖੋ ਜਿਹੜਾ ਜਹਾਂਗੀਰ ਸੀਗਾ, ਉਹਨੇ ਸਵਾਲ ਕੀਤਾ ਸੀ, ਸੱਚਾ ਪਾਤਸ਼ਾਹ ਤੁਹਾਨੂੰ ਕਿਉਂ ਕਹਿੰਦੇ ਨੇ? ਮਹਾਰਾਜ ਕਹਿੰਦੇ ਸੰਗਤਾਂ ਆਪ ਹੀ ਕਹਿੰਦੀਆਂ ਨੇ ਭਾਈ। ਫਿਰ ਵੀ ਉਹਦਾ ਸ਼ੰਕਾ ਨਿਵਰਤ ਕਰਨ ਲਈ ਬਾਬੇ ਘਾਈ ਦੀ ਸਾਖੀ ਵਰਤਾ ਦਿੱਤੀ। ਜਿਸ ਘਾਈ ਬਾਬੇ ਨੇ ਆਗਰੇ ਦੇ ਨਜ਼ਦੀਕ ਦੋਨਾਂ ਦਾ ਨੇੜੇ ਨੇੜੇ ਤੰਬੂ ਵੇਖ ਕੇ ਭੁਲੇਖੇ ਨਾਲ ਜਹਾਂਗੀਰ ਦੇ ਤੰਬੂ 'ਚ ਐਂਟਰੀ ਕਰ ਗਿਆ, ਤੇ ਜਦ ਪਤਾ ਲੱਗਾ, ਉਹ ਕਹਿਣ ਲੱਗਾ ਮੈਂ ਦੁਨੀਆ ਦਾ ਬਾਦਸ਼ਾਹ ਜਹਾਂਗੀਰ ਹਾਂ। ਉਹਨੇ ਆਪ ਦਾ ਚੁੱਕਿਆ ਅੰਨਾ ਟਕਾ ਰੰਬੀ ਦਾਤਰੀ ਵੀ ਮੈਂ ਤੇਥੋਂ ਕੀ ਲੈਣਾ। ਕਹਿੰਦਾ ਮੈਂ ਤੈਨੂੰ ਨਵਾਬ ਬਣਾ ਸਕਦਾ, ਪੈਸੇ ਦੇ ਸਕਦਾ। ਕਹਿੰਦਾ ਨਹੀਂ, ਗੁਜ਼ਾਰਾ ਬੜਾ ਸੋਹਣਾ ਚੱਲਦਾ, ਘਾਹ ਦੀ ਪੰਡ ਵੇਚ ਕੇ ਸੋਹਣੀ ਰੋਟੀ ਚੱਲਦੀ ਹੈ, ਮੈਂ ਤਾਂ ਮੁਕਤੀ ਲੈਣ ਆਇਆ। ਕਹਿੰਦੇ ਉਹ ਤਾਂ ਮੇਰੇ ਕੋਲ ਵੀ ਨਹੀਂ। ਤੈਨੂੰ ਭੁਲੇਖਾ ਲੱਗ ਗਿਆ ਗੁਰਮੁਖਾ, ਉਹਨਾਂ ਦਾ ਤੰਬੂ ਤਾਂ ਉਹ ਦੂਜੇ ਪਾਸੇ ਹੈ। ਫਿਰ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਰੱਖ ਕੇ ਅਰਦਾਸ ਕੀਤੀ। ਸਤਿਗੁਰਾਂ ਨੇ ਆਖਿਆ ਸਿੱਖਾ ਤੂੰ ਨਿਹਾਲ ਹੋਇਆ। ਸੋ ਪਾਤਸ਼ਾਹੋ ਪਾਤ ਸਾਹਿਬ ਨਾਨਕ ਰਹਿਣ ਰਜਾਈ। ਕੋਈ ਰਾਜਾ ਹੈ, ਭਾਵੇਂ ਕੋਈ ਪੰਡਿਤ ਵਿਦਵਾਨ ਹੈ, ਭਾਵੇਂ ਸੂਰਮਾ ਹੈ, ਭਗਤਾਂ ਦੇ ਬਰਾਬਰ ਕੋਈ ਵੀ ਨਹੀਂ ਹੈ। ਵੇਖੋ ਬੜੇ ਬੜੇ ਸਿੱਧ ਸਤਿਗੁਰੂ ਨਾਨਕ ਦੇਵ ਜੀ ਨਾਲ ਚਰਚਾ ਕਰਕੇ ਹਾਰ ਗਏ। ਬ੍ਰਹਮਦਾਸ ਕੋਟੜਾ ਪੰਡਿਤ, ਵਿਸ਼ਨ ਦੱਤ ਪੰਡਿਤ, ਵੇਖੋ ਜਿਹੜਾ ਕੁੱਤਾ ਬਣਿਆ ਹੋਇਆ ਸੀ, ਤੇ ਉਹਦੀ ਮਹਾਰਾਜ ਨੇ ਕਲਿਆਣ ਮੁਕਤੀ ਕੀਤੀ। ਆ ਜਿੰਨੇ ਪੰਡਿਤ ਸਾਰੇ ਰਵਿਦਾਸ ਕਬੀਰ ਜੀ ਨਾਲ ਚਰਚਾ ਕਰਕੇ ਹਾਰ ਜਾਂਦੇ। ਝਾਲਾਂ ਬਾਈ ਰਾਣੀ ਵੀ ਭਗਤ ਜੀ ਦੀ ਸ਼ਰਧਾਲੂ ਬਣੀ। ਇਹ ਨਾਮ ਜਪਣ ਵਾਲੇ ਦੇ ਬਰਾਬਰ ਕੋਈ ਵੀ ਨਹੀਂ ਪਹੁੰਚ ਸਕਦਾ ਹੈ। ਭਗਤ ਬਰਾਬਰ ਔਰ ਨ ਕੋਏ। ਇੱਕ ਮੋਟੀ ਜੀ ਉਦਾਹਰਨ ਹੈ, ਕਿਸੇ ਰਾਜੇ ਦਾ ਗੁਰਦੁਆਰਾ ਬਣਿਆ ਵੇਖਿਆ ਜੇ? ਇੰਦਰਾ ਗਾਂਧੀ ਦਾ ਬਣਿਆ ਦਿਖਾਓ, ਜਿਹਨੇ ਸੰਤਾਂ ਦਾ ਮੱਥਾ ਲਾਇਆ, ਦਰਬਾਰ ਸਾਹਿਬ ਅਕਾਲ ਤਖਤ ਢਾਇਆ, ਬੰਬ ਚਲਾਏ। ਉਹ ਬੜੀ ਆਪ ਦੇ ਆਪ ਨੂੰ ਪ੍ਰਧਾਨ ਮੰਨਦੀ ਸੀ ਕਿੰਨਿਆਂ ਦੇਸ਼ਾਂ ਦੀ। ਦਿਖਾਓ ਕੋਈ ਉਹਦੀ ਕੋਈ ਜਗ੍ਹਾ ਬਣੀ ਹੋਵੇ ਚੱਜ ਦੀ। ਮੜੀਆਂ ਹੀ ਨੇ ਨਾ, ਜਿਸ ਤਰ੍ਹਾਂ ਆਮ ਦੁਨੀਆ ਦੀਆਂ ਨੇ। ਕੋਈ ਹੈ ਕੋਈ ਉੱਥੇ ਕੋਈ ਦੀਵਾ ਬੱਤੀ? ਤੇ ਸੰਤ ਜਰਨੈਲ ਸਿੰਘ ਮਹਾਂਪੁਰਖਾਂ ਦਾ ਸੋਹਣਾ ਗੁਰਦੁਆਰਾ ਸਾਹਿਬ ਹੈ। ਸ਼ਹੀਦਾਂ ਦੀ ਯਾਦ ਵਿੱਚ ਹੇਠਾਂ ਗੈਲਰੀ ਬਣ ਰਹੀ ਹੈ। ਮਤਲਬ ਇੱਕਦਮ ਇਉਂ ਜਾਪਦਾ ਵੀ ਧਰਮ ਹਾਰ ਗਿਆ, ਧਰਮ ਦੀ ਪਿੱਠ ਲੱਗ ਗਈ, ਪਰ ਧਰਮ ਹਾਰਦਾ ਕਦੀ ਨਹੀਂ। ਬਾਬੇ ਦੀਪ ਸਿੰਘ ਦਾ ਵੀ ਸਿਰ ਲੈ ਗਿਆ ਸੀ। ਮਰਨਾ ਕੋਈ ਮਾੜੀ ਗੱਲ ਨਹੀਂ ਹੈ, ਉਹ ਤਾਂ ਸਾਰੇ ਮਰਦੇ ਨੇ। ਦੁਨੀਆ ਵੇਖੋ, PGI ਵੇਖੋ, ਮਾਫ ਕਰਨਾ। ਸੋ ਸਾਨੂੰ ਅਫਸੋਸ ਹੈ ਵੀ ਅੱਜ ਨਹੀਂ ਬਿਮਾਰੀ ਦੇ ਨਾਲ ਘਾਣ ਹੋਇਆ ਜਾਂ ਕੋਈ ਐਕਸੀਡੈਂਟ ਨਾਲ ਆਪਾਂ ਕਿਸੇ ਦੇ ਦੁੱਖ ਵਿੱਚ ਸ਼ਰੀਕ ਹਾਂ। ਦੁੱਖ ਦੇ ਵਿੱਚ ਦੁਖੀ ਹੋਣਾ ਇਨਸਾਨੀਅਤ ਹੈ। ਆਪਾਂ ਚਾਹੁੰਦੇ ਨਹੀਂ ਵੀ ਦੁਨੀਆ ਦਾ ਨੁਕਸਾਨ ਹੋਵੇ, ਪਰ ਦੁਨੀਆ ਮਰਦੀ ਹੋਈ ਤਾਂ ਕਿੰਨੀ ਮੁਸ਼ਕਲ ਦੇ ਵਿੱਚ ਪਈ ਹੋਈ ਹੈ। ਤੇ ਜੇ ਵੇਖੋ ਸੰਤਾਂ ਦਾ ਸੀਸ ਉਤਰ ਗਿਆ ਜਾਂ ਚੜ੍ਹਾਈ ਕਰ ਗਏ, ਚੜ੍ਹਾਈ ਤਾਂ ਕਰਨਾ ਹੀ ਸੀਗਾ। ਹਰੇਕ ਨੇ ਆਪੋ ਆਪਣੇ ਸਮੇਂ ਜਾਣਾ। ਤੇ ਪਰ ਵੇਖੋ ਬਾਬੇ ਦੀਪ ਸਿੰਘ ਦਾ ਗੁਰਦੁਆਰਾ ਸੀਸ ਭਾਵੇਂ ਉਤਰ ਗਿਆ, ਪਰ ਸੇਵਾ ਨਹੀਂ ਛੱਡੀ, ਪਰਿਕਰਮਾ ਦੇ ਵਿੱਚ ਬਣਿਆ ਹੋਇਆ ਹੈ। ਤੋ ਇੰਜ ਕਿਸੇ ਵੀ ਰਾਜੇ ਦਾ ਤੁਸੀਂ ਦਿਖਾਓ। ਗਵਾਲੀਅਰ ਦਾ ਕਿਲ੍ਹਾ ਮੈਂ ਕਈ ਵਾਰ ਗਿਆ ਉੱਥੇ, ਤੇ ਉੱਥੇ ਖੰਡਰਾਤ ਅੰਦਰੋਂ ਡਰ ਲੱਗਦਾ। ਜਿੰਨਾ ਚਿਰ 2-4 ਬੰਦੇ ਨਾਲ ਨਾ ਹੋਣ, ਉਹਨਾਂ ਚਿਰ ਅੰਦਰ ਜਾਣ ਨੂੰ ਜੀਅ ਨਹੀਂ ਕਰਦਾ।
ਕਿੱਡਾ ਵੱਡਾ ਕਿਲ੍ਹਾ ਸੀਗਾ, ਪਰ ਛੇਵੇਂ ਪਾਤਸ਼ਾਹ ਦਾ ਵੇਖੋ ਗੁਰਦੁਆਰਾ ਕਿੰਨਾ ਸੋਹਣਾ ਬਣਿਆ ਹੋਇਆ। ਮੈਂ ਹੈਰਾਨ ਹੋ ਗਿਆ। ਉਹ ਕਾਰ ਸੇਵਾ ਵਾਲੇ ਮਹਾਂਪੁਰ ਕਹਿਣ ਲੱਗੇ, ਕਹਿੰਦੇ ਬਾਬਾ ਜੀ ਜਦੋਂ ਆਉਣਾ ਹੋਵੇ ਸਾਨੂੰ ਫੋਨ ਕਰਕੇ ਆਇਆ ਕਰੋ, ਭਾਵੇਂ 4 ਘੰਟੇ ਪਹਿਲਾਂ ਫੋਨ ਕਰ ਦਿਆ ਕਰੋ, ਤੁਹਾਡੇ ਆਉਂਦਿਆਂ ਕਮਰਿਆਂ ਦੀ ਸਫਾਈ ਕੀਤੀ ਹੋਵੇ। ਕਈ ਵਾਰ ਕਮਰੇ ਕਿੰਨੇ ਸਾਫ ਸੁਥਰੇ, ਪਰ ਫਿਰ ਵੀ ਉਹਨਾਂ ਨੂੰ ਮਹਿਸੂਸ ਹੋਇਆ ਵੀ ਇੱਕਦਮ ਤੁਸੀਂ ਆ ਗਏ, ਸਾਡੇ ਕੋਲ ਤਿਆਰੀ ਨਹੀਂ। ਮੈਂ ਕਿਹਾ ਜੀ ਕਮਰੇ ਤਾਂ ਬੜੇ ਸੋਹਣੇ। ਕਹਿੰਦੇ ਨਹੀਂ, ਫਿਰ ਵੀ ਕਿੰਨੇ ਸੋਹਣੇ ਸੋਹਣੇ ਕਮਰੇ, ਕਿੰਨੀ ਉਚਾਈ 'ਤੇ ਲੰਗਰ ਪਾਣੀ, ਗੁਰੂ ਮਹਾਰਾਜ ਦਾ ਪ੍ਰਕਾਸ਼, ਕਥਾ ਕੀਰਤਨ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਆ। ਦਿੱਲੀ ਦਾ ਚਾਂਦਨੀ ਚੌਂਕ, ਜਿੱਥੇ ਸਿੰਘਾਂ ਨੇ ਸ਼ਹੀਦੀ ਦਿੱਤੀ, ਉੱਥੇ ਸੋਹਣਾ ਸਮਾਰਕ, ਅਤੇ ਵੇਖੋ ਕਿੰਨੀ ਪੂਜਾ ਹੈ। ਤੋ ਇਸ ਵਾਸਤੇ ਜਿੱਥੇ ਗੁਰੂ ਅਰਜਨ ਸਾਹਿਬ ਤਤੀ ਤਵੀ 'ਤੇ ਬੈਠੇ, ਸੁੰਦਰ ਗੁਰੂ ਮਹਾਰਾਜ ਦਾ ਸਥਾਨ ਲਾਹੌਰ ਸ਼ਹਿਰ ਵਿਖੇ ਗੁਰਦੁਆਰਾ ਡੇਰਾ ਸਾਹਿਬ, ਜ਼ਕਰੀਏ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਇਉਂ ਨਾਮ ਜਪਣ ਵਾਲੇ ਸੰਤਾਂ ਦੇ, ਭਗਤਾਂ ਦੇ, ਗੁਰੂਆਂ ਪੀਰਾਂ ਦੇ ਬਰਾਬਰ ਰਾਜੇ ਨੇ ਭਲਾ ਕੀ ਬਰਾਬਰੀ ਕਰ ਲੈਣੀ ਹੋਈ? ਤੁਸੀਂ ਦੱਸੋ ਭਾਈ। ਇਸ ਲਈ ਭਗਤਾਂ ਦੇ ਬਰਾਬਰ ਹੋਰ ਕੋਈ ਨਹੀਂ ਹੋ ਸਕਦਾ ਹੈ। ਜੈਸੇ ਪੁਰੈਨ ਪਾਤ ਰਹ ਜਲ ਸਮੀਪ, ਜਿਵੇਂ ਚਪੱਤੀ ਦੇ ਪੱਤੇ ਪਾਣੀ ਦੇ ਨੇੜੇ ਰਹਿੰਦੇ ਹਨ। ਭਨ ਰਵਿਦਾਸ ਜਨਮੇ ਜਗ ਹੋਏ, ਪਰ ਫਿਰ ਵੀ ਪਾਣੀ ਤੋਂ ਨਿਰਲੇਪ ਰਹਿੰਦੇ ਨੇ। ਰਵਿਦਾਸ ਭਗਤ ਜੀ ਉਚਾਰਨ ਕਰਦੇ, ਇੰਜ ਉਹ ਜਿਹੜੇ ਸੰਤ ਨੇ, ਭਗਤ ਨੇ, ਗੁਰਮੁਖ ਜਾਨੇ, ਉਹ ਜਨਮ ਤੋਂ ਲੈ ਕੇ ਸੰਸਾਰ ਵਿੱਚ ਪਦਾਰਥਾਂ ਰੂਪ ਪਾਣੀ ਤੋਂ ਨਿਰਲੇਪ ਰਹਿੰਦੇ ਹਨ। ਕਦੀ ਵੀ ਉਹ ਉਹਨਾਂ ਨੂੰ ਮਾਇਆ ਦੀ, ਕਿਸੇ ਪਦਾਰਥ ਦੀ ਲਿਪਾਈ ਮਾਨਗੀ ਨਹੀਂ ਲੱਗਦੀ। ਮਹਾਂਪੁਰਖ ਹੰਸਾਲੀ ਵਾਲੇ ਬਾਬਾ ਜੀ, ਬਾਬਾ ਅਜੀਤ ਸਿੰਘ ਸਾਹਿਬ, ਸਾਰੀ ਉਮਰ ਉਹਨਾਂ ਨਿਸ਼ਕਾਮਤਾ ਦੇ ਨਾਲ ਮਹਾਰਾਜ ਦਾ ਨਾਮ ਜਪਿਆ। ਜੋ ਵੀ ਸੰਗਤਾਂ ਤਿਲ ਫੁਲ ਭੇਟਾ ਕੀਤਾ, ਸਾਂਭਦੇ ਤਾਂ ਸਹੀ ਸਨ, ਪਰ ਉਹਦੇ ਤੋਂ ਗੁਰੂ ਕਾ ਲੰਗਰ ਚਲਾਉਂਦੇ, ਗੁਰੂ ਕੀਆਂ ਇਮਾਰਤਾਂ ਬਣਾਉਂਦੇ। ਇੱਥੇ ਅਖੰਡ ਪਾਠ ਸਾਹਿਬਾਂ ਦੀ ਲੜੀ ਵੀ ਉਹਨਾਂ ਦੀ ਆਸ਼ੀਰਵਾਦ ਦਾ, ਪ੍ਰੇਰਨਾ ਦਾ ਸਦਕਾ ਅੱਜ ਤੱਕ ਨਿਰੰਤਰ ਜਾਰੀ ਹੈ। ਕੱਲ੍ਹ ਭੋਗ ਪਿਆ, ਕਿਸੇ ਪ੍ਰੇਮੀ ਨੇ ਮੈਨੂੰ ਹੁਕਮ ਲਾਇਆ ਅਤੇ ਮੈਂ ਹਾਜ਼ਰੀ ਭਰੀ। ਉਹਨਾਂ ਨੂੰ ਮੈਂ ਪੁੱਛਿਆ ਵੀ ਕਿੰਨਾ ਚਿਰ ਪਹਿਲਾਂ ਬੁਕਿੰਗ ਕਰਾਈ? ਕਹਿੰਦੇ 9 ਸਾਲ ਪਹਿਲਾਂ। 9 ਸਾਲਾਂ ਬਾਅਦ ਕੱਲ੍ਹ ਵਾਰੀ ਆਈ। ਇੰਨੀ ਕਿਰਪਾ ਮਹਾਂਪੁਰਖਾਂ ਦੀ, ਅਸਥਾਨ ਦੀ ਚੜ੍ਹਦੀ ਕਲਾ। ਸੋ ਸ਼ਹੀਦਾਂ ਦੀ ਜੋਤ ਪ੍ਰਤੱਖ ਹੈ। ਜਦ ਇਹ ਸ਼ਹੀਦ ਹੋਏ ਸੀਗੇ, ਕਦੀ ਕਿਸੇ ਨੇ ਸੋਚਿਆ ਸੀ ਵੀ ਇੰਨਾ ਸੋਹਣਾ ਸਥਾਨ ਬਣੂਗਾ? ਉਜਾੜ ਸੀਗੀ। ਇੱਧਰ ਨੂੰ ਵੇਖਣ ਲੱਗਿਆ ਵੀ ਰਾਤ ਦੇ ਹਨੇਰੇ 'ਚ ਲੰਘਣ ਲੱਗਿਆ, ਇੱਥੋਂ ਦੇ ਨਗਰ ਨਿਵਾਸੀ ਕਹਿੰਦੇ ਡਰ ਲੱਗਦਾ ਸੀਗਾ, ਘਬਰਾਹਟ ਹੁੰਦੀ ਸੀਗੀ ਵੀ ਪਤਾ ਨਹੀਂ ਕੀ ਹੋ ਜਾਣਾ। ਵੇਖੋ ਹੁਣ ਕਿੰਨੀਆਂ ਲਾਈਟਾਂ, ਕਿੰਨੇ ਮਹਾਰਾਜ ਦੀ ਕਿਰਪਾ, ਕਥਾ ਕੀਰਤਨ ਦਿਨ ਰਾਤ। ਗੁਰੂ ਘਰ ਖੁੱਲ੍ਹਾ ਹੈ, ਜਦੋਂ ਮਰਜ਼ੀ ਕੋਈ ਆਵੇ ਜਾਵੇ। ਸੋ ਜਿਨ੍ਹਾਂ ਗੋਰਿਆਂ ਨੇ ਇੰਨਾ ਸੋਹਣਾ ਲੰਡਨ ਵੀ ਨਹੀਂ ਮੈਂ ਵੇਖਿਆ। ਉੱਥੇ ਮੈਂ ਜਾ ਕੇ ਆਇਆ, 2 ਵਾਰੀ ਗਿਆ ਲੰਡਨ, ਬ੍ਰਿੰਗਮ, ਤੇ ਕੋਈ ਇਸ ਤਰ੍ਹਾਂ ਦੀ ਇਮਾਰਤ ਨਹੀਂ ਮੈਂ ਦੇਖੀ। ਜਿੱਥੇ ਬਹਿ ਕੇ ਉਹਨਾਂ ਲੋਕਾਂ ਨੇ ਹੁਕਮ ਚਲਾਇਆ ਤੇ ਗੋਰਿਆਂ ਨੇ ਸਿੰਘਾਂ 'ਤੇ ਹਮਲਾ ਕੀਤਾ, ਉਹਨਾਂ ਦੀ ਜਗ੍ਹਾ ਵੀ ਇੰਨੀ ਸੋਹਣੀ ਨਹੀਂ ਜਿੰਨੀ ਇਹ ਬਾਬਾ ਜੀ ਦੀ ਬਣੀ ਹੋਈ ਹੈ। ਅਤੇ ਵੇਖੋ, ਜੇ ਕਿਸੇ ਨੇ ਬਣਾਈ ਵੀ ਹੈ ਅਤੇ ਜ਼ੋਰ ਜ਼ਬਰੀ ਟੈਕਸ ਦੇ ਰੂਪ ਦੇ ਵਿੱਚ ਪੈਸੇ ਲੈ ਲੈ ਕੇ ਲੋਕਾਂ ਨੂੰ ਤੰਗ, ਦੁਖੀ, ਪਰੇਸ਼ਾਨ, ਜ਼ਬਰਦਸਤੀ ਮਾਇਆ ਇਕੱਠੀ ਕਰਕੇ ਇੱਥੇ ਸੰਗਤਾਂ ਦਾ ਤਿਲ ਫੁੱਲ ਆਪਦੀ ਖੁਸ਼ੀ ਨਾਲ, ਕਿਸੇ 5 ਪੈਸੇ ਚੜਾਉਣੇ ਉਹ ਵੀ ਖੁਸ਼ੀ ਨਾਲ, ਜੇ ਲੱਖ ਚੜਾਉਣਾ ਉਹ ਵੀ ਖੁਸ਼ੀ ਨਾਲ, ਅਤੇ ਆਪਦੀ ਖੁਸ਼ੀ ਨਾਲ ਸੰਗਤਾਂ ਜੋ ਭੇਟਾ ਕੀਤਾ ਤਿਲ ਫੁੱਲ, ਉਹਦੇ ਨਾਲ ਹੀ ਸਭ ਕੁਛ ਇਹ ਬਣਿਆ ਹੋਇਆ ਹੈ। ਤੋ ਇਸ ਲਈ ਉਹਨਾਂ ਦਾ ਜੀਵਨ ਹੈ ਤਾਂ ਨਿਰਲੇਪ ਮਾਇਆ ਪਦਾਰਥਾਂ ਤੋਂ, ਅਤੇ ਪਰ ਹੈ ਜੈ ਜੈਕਾਰ, ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਰਾਜਿਆਂ ਨੇ ਸੰਤਾਂ, ਭਗਤਾਂ, ਸ਼ਹੀਦਾਂ ਦੀ ਕੀ ਬਰਾਬਰੀ ਕਰ ਲੈਣੀ ਹੈ? ਉਹ ਜਨਮ ਤੋਂ ਲੈ ਕੇ ਦੁਨੀਆ ਦੇ ਵਿੱਚ ਪਦਾਰਥਾਂ ਨੂੰ ਪਾਣੀ ਤੋਂ ਨਿਰਲੇਪ ਰਹਿੰਦੇ ਹਨ। ਬਾਣੀ ਸਦਨੇ ਕੀ ਬਿਲਾਵਲ ਰਾਗ ਦੀ ਸਮਾਪਤੀ ਕਰਦਿਆਂ ਹੋਇਆਂ ਆਖਰੀ ਸ਼ਬਦ
ਜੋ ਸਦਨੇ ਭਗਤ ਦੀ ਬਾਣੀ ਦਾ ਲਿਖਵਾ ਰਹੇ ਨੇ ਗੁਰੂ ਸਾਹਿਬ। ਰਾਗ ਬਿਲਾਵਲ ਬਿਲਾਵਲ ਰਾਗ ਦੇ ਵਿੱਚ ਇਹ ਸਦਨੇ ਭਗਤ ਦੀ ਬਾਣੀ ਲਿਖਵਾ ਰਹੇ ਹਨ। ਏਕ ਓੰਕਾਰ ਪਹਿਲਾ ਮੰਗਲ ਕਰਦੇ ਨੇ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਹਰੇਕ ਸ਼ਬਦ ਦੀ ਉਥਾਨਕਾ ਹੁੰਦੀ ਹੈ। ਇਹਦੀ ਉਥਾਨਕਾ ਇੰਝ ਹੈ ਕਿ ਭਗਤ ਸਦਨਾ ਜੀ ਸਿੰਧ ਹੈਦਰਾਬਾਦ ਦੇ ਇਲਾਕੇ ਸੇਹਵਾਨ ਨਾਮੇ ਨਗਰ 'ਚ ਸੱਖਰ ਪੱਖਰ ਦੇ ਪਾਸ ਰੋੜੀ ਕੋਲ ਨਿਵਾਸ ਕਰਦੇ ਸਨ। ਇਹਨਾਂ ਦਾ ਜਨਮ ਕਸਾਈਆਂ ਦੇ ਘਰ ਹੋਇਆ ਸੀ। ਇਹ ਉੱਥੇ ਬੱਕਰੇ ਕੋਹ ਕੇ ਉਹਨਾਂ ਦਾ ਮਾਸ ਵੇਚਣ ਦਾ ਕੰਮ ਕਰਦੇ। ਇਹਨਾਂ ਦੇ ਕੋਲ ਇੱਕ ਸਿਪਾਹੀ ਮਾਸ ਲੈਣ ਲਈ ਆਇਆ ਜੋ ਹਰ ਰੋਜ਼ ਮਾਸ ਲੈ ਕੇ ਜਾਂਦਾ ਸੀ। ਸਿਪਾਹੀ ਨੇ ਆ ਕੇ ਕਿਹਾ ਕਿ ਮੈਨੂੰ ਮਾਸ ਚਾਹੀਦਾ। ਤਾਂ ਅੱਗੋਂ ਸਦਨੇ ਨੇ ਸੋਚਿਆ ਕਿ ਮੇਰਾ ਪੱਕਾ ਗਾਹਕ ਹੈ, ਜੇਕਰ ਅੱਜ ਇਹਨੂੰ ਖਾਲੀ ਮੋੜਤਾ ਤਾਂ ਇਹ ਗਾਹਕ ਟੁੱਟ ਜਾਏਗਾ। ਇਹ ਸੋਚ ਕੇ ਸਦਨੇ ਨੇ ਕਿਹਾ ਕਿ ਮੇਰੇ ਕੋਲ ਪਹਿਲਾਂ ਵੱਢਿਆ ਹੋਇਆ ਮਾਸ ਨਹੀਂ ਹੈ, ਪਰ ਮੈਂ ਤੁਹਾਨੂੰ ਤਾਜ਼ਾ ਬੱਕਰਾ ਵੱਢ ਕੇ ਮਾਸ ਦੇ ਦਿੰਦਾ। ਜਦੋਂ ਇਹ ਛੁਰੀ ਲੈ ਕੇ ਬੱਕਰੇ ਨੂੰ ਕਤਲ ਕਰਨ ਲਈ ਬੱਕਰੇ ਦੇ ਕੋਲ ਗਿਆ, ਤਦੋਂ ਇਹਨੇ ਸੋਚਿਆ ਕਿ ਅੱਜ 10ਵੀਂ ਤਰੀਕ ਹੈ। ਜੇਕਰ ਮੈਂ ਅੱਜ ਬੱਕਰਾ ਕਤਲ ਕਰ ਦਿੱਤਾ ਤਾਂ ਕੱਲ੍ਹ ਨੂੰ ਲੋਕਾਂ ਨੇ ਇਕਾਦਸ਼ੀ ਦਾ ਵਰਤ ਰੱਖਣਾ, ਜਿਸ ਕਰਕੇ ਕੱਲ੍ਹ ਨੂੰ ਮਾਸ ਨਹੀਂ ਵਿਕੇਗਾ ਅਤੇ ਗਰਮੀ ਦੇ ਕਾਰਨ ਪਰਸੋਂ ਤੱਕ ਮਾਸ ਖਰਾਬ ਹੋ ਜਾਏਗਾ। ਇਸ ਲਈ ਮੈਂ ਸਿਪਾਹੀ ਨੂੰ ਬੱਕਰੇ ਦਾ ਕੁਝ ਅੰਗ ਕੱਟ ਕੇ ਦੇ ਦਿੰਦਾ, ਬਾਕੀ ਬੱਕਰਾ ਸਹਿਕਦਾ ਜਿਉਂਦਾ ਰਹੇਗਾ ਅਤੇ ਦੂਜੇ ਦਿਨ ਉਹਦਾ ਮਾਸ ਵੇਚ ਦੇਵਾਂਗਾ। ਇਹ ਵਿਚਾਰ ਕੇ ਜਦ ਸਦਨਾ ਬੱਕਰੇ ਦੇ ਕੋਲ ਆਇਆ, ਕੱਟਣ ਵੀ ਕਿਹੜੇ ਅੰਗ ਲੱਗਾ ਜੇ ਤੋਂ ਦਰਦ ਬੜੀ ਹੁੰਦੀ ਹੈ, ਅਤੇ ਉਹ ਗੁਪਤ ਅੰਗਾਂ ਦੀ ਛੁਰੀ ਚਲਾਉਣ ਲੱਗਾ ਤਾਂ ਉਸ ਵੇਲੇ ਹਾਸੇ ਦੀ ਆਵਾਜ਼ ਆਈ, ਕਿਉਂਕਿ ਜਦ ਪੁੰਨ ਜਾਗਦੇ ਨੇ ਤਦ ਕੰਧਾਂ ਵੀ ਉਪਦੇਸ਼ ਦੇਣ ਲੱਗ ਪੈਂਦੀਆਂ। ਸਦਨੇ ਨੂੰ ਭਗਤਾਂ ਦੇ ਵਿੱਚ ਪ੍ਰਸਿੱਧ ਕਰਨ ਲਈ ਪ੍ਰਮਾਤਮਾ ਆਪ ਹੀ ਬੱਕਰੇ ਦੇ ਵਿੱਚੋਂ ਆਵਾਜ਼ ਰੂਪ ਹੋ ਕੇ ਬੋਲ ਪਿਆ ਸੀਗਾ। ਬੱਕਰੇ ਬੋਲਦੇ ਨਹੀਂ ਹੁੰਦੇ, ਪਰ ਰੱਬ ਨੇ ਕਿਰਪਾ ਜੋ ਕਰਨੀ ਸੀਗੀ। ਪ੍ਰਭੂ ਨੇ ਆਪ ਹਾਸੇ ਦੀ ਆਵਾਜ਼ ਕੀਤੀ। ਹਾਸੇ ਦੀ ਆਵਾਜ਼ ਆਉਣ ਤੋਂ ਸੋਚਣ ਲੱਗਾ ਕਿ ਮੈਨੇ ਬੱਕਰੇ ਕਤਲ ਕੀਤੇ ਨੇ, ਅੱਜ ਤੱਕ ਕੋਈ ਵੀ ਬੱਕਰਾ ਕਤਲ ਕਰਨ ਵੇਲੇ ਇਸ ਤਰ੍ਹਾਂ ਹੱਸਿਆ ਨਹੀਂ, ਫਿਰ ਇਹ ਹੱਸਿਆ ਕਿਉਂ? ਉਹਨੇ ਹੈਰਾਨ ਹੋ ਕੇ ਸਦਨੇ ਨੇ ਪੁੱਛਿਆ ਵੀ ਤੂੰ ਹੱਸਿਆ ਕਿਉਂ ਹੈ ਭਾਈ? ਉਸ ਵੇਲੇ ਬੱਕਰੇ 'ਚੋਂ ਆਵਾਜ਼ ਆਈ, ਦਿੱਤੀ ਰੱਬ ਨੇ, ਕਿ ਪਹਿਲਾਂ ਅਨੇਕਾਂ ਵਾਰ ਤੂੰ ਕਸਾਈ ਬਣ ਕੇ ਮੇਰਾ ਸਿਰ ਵੱਢਿਆ ਅਤੇ ਮੈਂ ਬਦਲਾ ਲੈਣ ਲਈ ਅਗਲੇ ਜਨਮ 'ਚ ਤੇਰਾ ਸਿਰ ਵੱਢਦਾ ਆਇਆ ਹਨ, ਪਰ ਹੁਣ ਤੇ ਨਵਾਂ ਹੀ ਤਰੀਕਾ ਵਰਤਣ ਲੱਗ ਪਿਆ। ਮੈਂ ਤਾਂ ਹੁਣ ਇੱਕ ਦਿਨ ਸਹਿਕਦਾ ਦੁੱਖ ਸਹਾਰ ਲਵਾਂਗਾ, ਪਰ ਤੂੰ ਆਪਣੇ ਵੇਲੇ ਨੂੰ ਯਾਦ ਕਰ, ਕਿਉਂਕਿ ਬਦਲਾ ਮੈਂ ਵੀ ਲਵਾਂਗਾ। ਬੰਦੇ ਬਹਾਦਰ ਨੂੰ ਫਰਖਸੀਅਰ ਨੇ ਪੁੱਛਿਆ ਸੀ, ਦੱਸ ਕਿਹੜੀ ਮੌਤੇ ਮਰਨਾ ਚਾਹੁੰਦਾ? ਤਾਂ ਬੰਦਾ ਸਿੰਘ ਬਹਾਦਰ ਨੇ ਆਖਿਆ, ਜਿਹੜੀ ਮੌਤ ਤੂੰ ਪਸੰਦ ਕਰਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਤਲਬ ਮਤਾ ਤੂੰ ਖਿਆਲ ਕਰੀ ਵੀ ਮੈਨੂੰ ਮਾਰ ਕੇ ਤੂੰ ਸੁੱਖ ਦੀ ਨੀਂਦੇ ਸੌਂ ਜਾਏਗਾ। ਸਿੰਘਾਂ ਨੇ ਫਿਰ ਘੋੜੇ ਦੀਆਂ ਟਾਪਾਂ ਮਗਰ ਪਾ ਘੜੀਸ ਕੇ ਮਾਰਿਆ ਸੀ ਉਹਨੂੰ, ਫਰਖਸੀਅਰ ਨੂੰ। ਉਹਨੇ ਬਾਬਾ ਜੀ ਦਾ ਮਾਸ ਨੋਚਿਆ ਸੀਗਾ। ਤੋ ਇਉਂ ਰੱਬ ਵੀ ਭਲੀ ਨਹੀਂ ਗੁਜ਼ਾਰਦਾ, ਪਾਪੀ ਕੇ ਮਾਰਨੇ ਕੋ ਪਾਪ ਮਹਾਂ ਬਲੀ ਹੈ। ਬੱਕਰੇ 'ਚੋਂ ਐਸੀ ਆਵਾਜ਼ ਸੁਣ ਕੇ ਸਦਨਾ ਬੜਾ ਘਬਰਾ ਗਿਆ। ਕੰਬ ਦੇ ਹੱਥਾਂ 'ਚੋਂ ਛੁਰੀ ਡਿੱਗ ਪਈ। ਮਹਾਂ ਕਸਾਬ ਛੁਰੀ ਸੱਟ ਪਾਈ, ਬਾਣੀ ਦਾ ਬਚਨ। ਫਿਰ ਵਾਪਸ ਆ ਕੇ ਸਿਪਾਹੀ ਨੂੰ ਮਾਸ ਦੇਣ ਤੋਂ ਇਨਕਾਰ ਕਰ ਦਿੱਤਾ। ਸਦਨਾ ਜੀ ਨੂੰ ਉਸ ਦਿਨ ਤੋਂ ਬਹੁਤ ਵੈਰਾਗ ਹੋ ਗਿਆ ਅਤੇ ਕਸਾਈਪੁਣਾ ਛੱਡਤਾ। ਵੈਰਾਗ ਦੀ ਹਾਲਤ ਵਿੱਚ ਸਦਨਾ ਜੀ ਬਾਹਰ ਬੈਠੇ ਹੋਏ ਸਨ। ਤਦੋਂ ਉਹਨਾਂ ਨੂੰ ਇੱਕ ਵੈਸ਼ਨੋ ਮਹਾਤਮਾ ਮਿਲਿਆ। ਉਹਨੇ ਕਿਹਾ ਕਿ ਤੂੰ ਕਸਾਈ ਹੋ ਕੇ ਬਹੁਤ ਉਦਾਸ ਬੈਠਾ ਹੋਇਆ, ਇਸ ਉਦਾਸੀ ਦਾ ਕੀ ਕਾਰਨ ਹੈ? ਤਦੋਂ ਸਦਨਾ ਜੀ ਨੇ ਸਾਰੀ ਵਾਰਤਾ ਕਹਿ ਸੁਣਾਈ। ਅੱਗੋਂ ਵੈਸ਼ਨੋ ਮਹਾਤਮਾ ਨੇ ਕਿਹਾ ਕਿ ਤੂੰ ਹੁਣ ਕਸਾਈਪੁਣਾ ਦਾ ਛੱਡ ਹੀ ਦਿੱਤਾ, ਇਸ ਲਈ ਪਰਮਾਤਮਾ ਦਾ ਨਾਮ ਜਪਿਆ ਕਰ। ਤਦ ਤੋਂ ਇਹਨੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ। ਪਰ ਇਹਦੇ ਪੁੱਤਰ ਕਹਿਣ ਲੱਗੇ ਕਿ ਕਤਲ ਅਸੀਂ ਕਰ ਦਿਆ ਕਰਾਂਗੇ, ਤੂੰ ਮਾਸ ਵੇਚੀ ਜਾਇਆ ਕਰ। ਇਹ ਕੁਝ ਚਿਰ ਮਾਸ ਵੇਚਦਾ ਰਿਹਾ, ਪਰ ਅੰਦਰੋਂ ਪਰਮਾਤਮਾ ਦੇ ਨਾਮ ਜਪਣ ਕਰਕੇ ਪਰਮਾਤਮਾ ਦਾ ਪ੍ਰੇਮ ਪੈਦਾ ਹੁੰਦਾ ਗਿਆ, ਜਿਸ ਕਰਕੇ ਇਹਨੇ ਮਾਸ ਵੇਚਣਾ ਵੀ ਛੱਡਤਾ ਅਤੇ ਪਰਮਾਤਮਾ ਦੀ ਬੰਦਗੀ ਜੁੜ ਗਿਆ। ਹਰ ਸਮੇਂ ਨਾਮ ਰੰਗ 'ਚ ਹੀ ਰੰਗਾ ਰਹਿੰਦਾ।
ਇੱਕ ਦਿਨ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਅਸੀਂ ਤੀਰਥ ਯਾਤਰਾ ਤੇ ਚੱਲੇ ਆ, ਤੂੰ ਵੀ ਵੈਸ਼ਨੋ ਮਹਾਤਮਾ ਦੀ ਸੰਗਤ ਕਰਕੇ ਵਿਸ਼ਨੂੰ ਭਗਤ ਹੋ ਗਿਆ, ਚੱਲ ਅਸੀਂ ਪ੍ਰਾਗਰਾਜ ਤੀਰਥ ਯਾਤਰਾ ਤੇ ਜਾਈਏ। ਇਹ ਯਾਤਰਾ ਤੇ ਜਾਣ ਲਈ ਤਿਆਰ ਹੋ ਗਿਆ। ਜਦ ਯਾਤਰਾ ਕਰਦਾ ਸਰਹੰਦ 'ਚ ਆਇਆ ਤਾਂ ਇਹਨੇ ਇੱਕ ਘਰੋਂ ਪੀਣ ਵਾਸਤੇ ਪਾਣੀ ਮੰਗਿਆ। ਉਸ ਘਰ 'ਚ ਇੱਕ ਨੌਜਵਾਨ ਬੀਬੀ ਆਈ ਅਤੇ ਉਹ ਸਧਨਾ ਜੀ ਦਾ ਰੂਪ ਵੇਖ ਕੇ ਅਤੇ ਕਾਮ ਵਾਸ਼ਨਾ ਦੀ ਅਧੀਨ ਹੋ ਗਈ। ਉਹਨੇ ਸਧਨਾ ਜੀ ਨੂੰ ਕੋਈ ਕਰਮ ਕਰਨ ਲਈ ਕਿਹਾ। ਅੱਗੋਂ ਸਧਨਾ ਜੀ ਨੇ ਕਿਹਾ ਕਿ ਤੂੰ ਆਪਦੇ ਮਾਲਕ ਤੋਂ ਡਰ, ਜਿਹੜਾ ਤੇਰਾ ਪਤੀ ਹੈ ਉਹ ਤੋਂ ਡਰ ਤੂੰ। ਉਹ ਅੰਦਰ ਗਈ ਅਤੇ ਮੰਜੇ 'ਤੇ ਬਿਮਾਰ ਪਏ ਪਤੀ ਦਾ ਸਿਰ ਵੱਢ ਕੇ ਲੈ ਆਈ। ਕਹਿੰਦੀ ਆ ਵੇਖ, ਤੂੰ ਨਿਕੰਮੇ ਤੋਂ ਡਰਦਾ ਸੀਗਾ, ਹੁਣ ਤੈਨੂੰ ਡਰਨ ਦੀ ਲੋੜ ਨਹੀਂ, ਇੱਧਰ ਅੰਦਰ ਆ। ਇਹ ਦੇਖ ਕੇ ਸਧਨਾ ਵਿਚਾਰਾ ਘਬਰਾ ਗਿਆ ਅਤੇ ਉਹ ਭੱਜ ਗਿਆ। ਤਦੋਂ ਉਸ ਖੋਟੀ ਜਨਾਨੀ ਨੇ ਰੌਲਾ ਪਾ ਤਾ ਕਿ ਇਹ ਸਾਧ ਨੇ ਮੇਰਾ ਪਤੀ ਮਾਰ ਦਿੱਤਾ। ਉਹਦਾ ਰੌਲਾ ਸੁਣ ਕੇ ਹਾਕਮਾਂ ਨੇ ਸਧਨੇ ਨੂੰ ਪਕੜ ਲਿਆ। ਸਰਹੰਦ ਦੇ ਵਿੱਚ ਬੜਾ ਬੋਲਬਾਲਾ ਸੀਗਾ ਮੁਸਲਮਾਨਾਂ ਦਾ। ਇੱਕ ਮਕਰਬੇ 'ਚ ਬੰਦ ਕਰ ਦਿੱਤਾ। ਹਾਕਮਾਂ ਨੇ ਵੇਖਿਆ ਵੀ ਇਹਦਾ ਆਦਮੀ ਕਿਸੇ ਦਾ ਕਤਲ ਕਰਨ ਵਾਲਾ ਤਾਂ ਲੱਗਦਾ ਨਹੀਂ। ਉਹਨੇ ਸਧਨੇ ਤੋਂ ਪੁੱਛਿਆ ਕਿ ਤੂੰ ਕਤਲ ਕਿਉਂ ਕੀਤਾ ਬਈ? ਤਾਂ ਸਧਨੇ ਨੇ ਸਾਰਾ ਹਾਲ ਕਹਿ ਸੁਣਾਇਆ। ਹਾਕਮਾਂ ਨੇ ਉਸ ਇਸਤਰੀ ਦਾ ਕਸੂਰ ਜਾਣ ਕੇ ਸਧਨੇ ਨੂੰ ਰਿਹਾ ਕਰ ਦਿੱਤਾ। ਸਾਧ ਸੰਗਤ ਜੀਓ, ਸਰਹੰਦ 'ਚ ਜਿੱਥੇ ਸਧਨਾ ਜੀ ਨੂੰ ਕੈਦ ਕੀਤਾ ਸੀ ਉੱਥੇ ਇੱਕ ਮਕਬਰਾ ਬਣਿਆ ਹੋਇਆ ਹੈ, ਜਿੱਥੇ ਅਕਾਲੀ ਲਹਿਰ ਵੇਲੇ ਸਿੰਘਾਂ ਨੇ 7100 ਅਖੰਡ ਪਾਠ ਕੀਤਾ ਸੀਗਾ। ਮੈਂ ਤਾਂ ਇੰਝ ਵੀ ਸੁਣਿਆ ਵੀ ਕੰਧ 'ਚ ਚਿਣ ਦਿੱਤਾ ਅਤੇ ਇੱਥੋਂ ਰਿਹਾ ਹੋ ਕੇ ਸਧਨਾ ਜੀ ਅੱਗੇ ਪ੍ਰਾਗਰਾਜ ਨੂੰ ਤੁਰ ਪਏ। ਰਸਤੇ 'ਚ ਇਹਨਾਂ ਦਾ ਪ੍ਰਤਾਪ ਵੇਖ ਕੇ ਬਹੁਤ ਲੋਕ ਚੁੱਕਣ ਲੱਗ ਪਏ। ਉੱਥੋਂ ਦੇ ਕਾਜੀ ਅਤੇ ਬ੍ਰਾਹਮਣ ਇਹ ਵੇਖ ਕੇ ਸਧਨਾ ਜੀ ਨਾਲ ਬਹੁਤ ਈਰਖਾ ਕਰਨ ਲੱਗ ਪਏ। ਉਸ ਵੇਲੇ ਸਲੇਮ ਸ਼ਾਹ ਦਾ ਰਾਜ ਸੀਗਾ। ਇਹ ਪ੍ਰਾਗਰਾਜ ਵਿੱਚ ਦਰਿਆ ਦੇ ਕੋਲ ਕਿਲੇ ਦੀ ਕੰਧ ਉਸਾਰ ਰਿਹਾ ਸੀ। ਜੋ ਕੰਧ ਡਿੱਗ ਪੈਂਦੀ ਸੀ, ਉਹ ਸਲੇਮ ਸ਼ਾਹ ਨੇ ਪੁੱਛਿਆ ਕਿ ਕੰਧ ਕਿੰਝ ਉਸਰੇਗੀ। ਤਦੋਂ ਕਾਜੀ ਅਤੇ ਬ੍ਰਾਹਮਣਾਂ ਨੇ ਕਿਹਾ ਕੰਧ ਬਲੀ ਮੰਗਦੀ ਹੈ। ਰਾਜੇ ਨੇ ਪੁੱਛਿਆ ਵੀ ਕਿਹਦੀ ਬਲੀ ਦੇਣੀ ਪਏਗੀ। ਤਦੋਂ ਉਹਨਾਂ ਨੇ ਕਿਹਾ ਮਹਾਰਾਜ ਇਹਨੇ ਕਸਾਈਪੁਣਾ ਛੱਡ ਦਿੱਤਾ ਹੋਵੇ। ਜਿਸ ਨੇ ਕਸਾਈਪੁਣਾ ਛੱਡ ਦਿੱਤਾ ਹੋਵੇ, ਵੈਸ਼ਨੂਪੁਣਾ ਧਾਰਨ ਕੀਤਾ ਹੋਵੇ, ਰੱਬ ਦਾ ਭਗਤ ਸਦਾਉਂਦਾ ਹੋਵੇ, ਨਾਮ ਹੋਵੇ ਸਧਨਾ, ਇਹੋ ਜਿਹੇ ਆਦਮੀ ਨੂੰ ਪਕੜ ਕੇ ਇਸ ਕੰਧ 'ਚ ਖੜਾ ਕਰਕੇ ਬਲੀ ਦੇਵੋ। ਰਾਜੇ ਨੇ ਚਾਰੇ ਪਾਸੇ ਢੰਡੋਰਾ ਫਰਵਾਤਾ। ਸਧਨਾ ਜੀ ਉਸ ਵੇਲੇ ਪ੍ਰਾਗਰਾਜ 'ਚ ਤੀਰਥ ਯਾਤਰਾ ਕਰ ਰਹੇ ਸੀ। ਤਦੋਂ ਸਿਪਾਹੀਆਂ ਨੇ ਪਕੜ ਕੇ ਰਾਜੇ ਦੇ ਪਾਸ ਪੇਸ਼ ਕਰਤਾ। ਰਾਜੇ ਨੇ ਬਿਨਾਂ ਕੋਈ ਗੱਲਬਾਤ ਕੀਤਿਆਂ ਭਗਤ ਸਧਨਾ ਜੀ ਨੂੰ ਪਕੜ ਕੇ ਨੀਂਜ ਖੜਾ ਕਰਤਾ। ਉਸ ਵੇਲੇ ਸਧਨਾ ਜੀ ਨੇ ਅਤਿਅੰਤ ਦੀਨ ਹੋ ਕੇ ਪਰਮਾਤਮਾ ਦੇ ਸਨਮੁਖ ਸ਼ਬਦ ਉਚਾਰਿਆ। ਇਹ ਸ਼ਬਦ ਦੀ ਸਮਾਪਤੀ ਤੋਂ ਬਾਅਦ ਪਰਮਾਤਮਾ ਦੀ ਇਹੋ ਜਿਹੀ ਕਲਾ ਵਰਤੀ ਕਿ ਇੱਟਾਂ ਬੰਬ ਦੇ ਵਾਂਗ ਫਟ ਗਈਆਂ, ਉੱਡ ਕੇ ਕਾਜੀ ਬ੍ਰਾਹਮਣ ਰਾਜੇ ਉੱਥੋਂ ਦੇ ਸਿਪਾਹੀਆਂ ਨੂੰ ਵੱਜੀਆਂ ਅਤੇ ਭਗਤ ਸਧਨਾ ਜੀ ਇਕੱਲੇ ਹੀ ਨੀਂਜ ਖੜੇ ਰਹਿ ਗਏ। ਇਹ ਤੋਂ ਬਾਅਦ ਭਗਤ ਜੀ ਸੁਤੰਤਰ ਹੋ ਕੇ ਵਿਚਰਦੇ ਰਹੇ। ਸੋ ਉਹਨਾਂ ਨੇ ਪਾਵਨ ਸ਼ਬਦ ਉਚਾਰਿਆ। ਨ੍ਰਿਪ ਕੰਨਿਆ ਕੇ ਕਾਰਨ, ਇਹ ਪਰਮੇਸ਼ਰ ਨਿਰਪ ਰਾਜੇ ਮੋਰ ਤੁਜ ਦੀ ਲੜਕੀ ਦੇ ਵਾਸਤੇ ਇੱਕ ਭਇਆ ਭੇਖ ਤਾਰੀ, ਇੱਕ ਭੇਖ ਧਾਰਨ ਵਾਲਾ ਪੁਰਖ ਵਿਸ਼ਨੂੰ ਦੇ ਸਰੂਪ ਵਾਂਗ ਹੋ ਗਿਆ ਸੀ। ਕਾਮਾਰਥੀ ਸੁਵਾਰਥੀ, ਜੋ ਕਾਮ ਵਾਸ਼ਨਾ ਦੇ ਅਧੀਨ ਸੀ, ਮੰਦ ਵਾਸ਼ਨਾ ਦਾ ਮੰਗਤਾ ਭਾਵ ਕਾਮੀ ਪੁਰਖ ਸੀ, ਤੇ ਨਿਜ ਪ੍ਰਯੋਜਨੀ ਭਾਵ ਆਪਣਾ ਮਤਲਬ ਪੂਰਾ ਕਰਨ ਵਾਲਾ ਸੀ। ਵਾਕੀ ਪੈਜ ਸੁਵਾਰੀ, ਉਹਦੀ ਵੀ ਇੱਜ਼ਤ ਹੇ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਸਵਾਰਨਾ ਕੀਤੀ ਹੈ। ਤਵ ਗੁਣ ਕਹਾਂ ਜਗਤ ਗੁਰਾ, ਤੇ ਮੇਰੀ ਇੱਜ਼ਤ ਕਿਉਂ ਨਹੀਂ ਸਵਾਰਨੀਆਂ? ਇਹ ਜਗਤ ਦੇ ਗੁਰੂ ਅਕਾਲ ਪੁਰਖ, ਫਿਰ ਤੇਰੇ ਗੁਣਾਂ ਨੂੰ ਗਾਉਣ ਦਾ ਕੀ ਫਾਇਦਾ ਹੈ? ਜਾਉ ਕਰਮ ਨ ਨਾਸੈ, ਜੇ ਤੂੰ ਕਰਮੀ ਮੇਰੇ ਨਾਸ਼ ਨਾ ਕੀਤੇ। ਸਿੰਘ ਸਰਨ ਗਤ ਜਾਈਐ, ਇਹ ਪਰਮੇਸ਼ਰ ਸ਼ੇਰ ਦੀ ਸ਼ਰਨ 'ਚ ਕਾਹਦੇ ਵਾਸਤੇ ਜਾਈਏ? ਜਾਉ ਜੰਬਕ ਗਰਾਸੈ, ਜੇ ਗਿੱਦੜ ਨਹੀਂ ਖਾ ਜਾਣਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਇਆ
ਕਮਾਉਂਦੇ ਨੇ। ਏਕ ਬੂੰਦ ਜਲ ਕਾਰਨੇ ਇਹ ਪਰਮੇਸ਼ਰ ਪਾਣੀ ਦੀ ਇੱਕ ਸਵੰਤੀ ਬੂੰਦ ਵਾਸਤੇ ਚਾਤ੍ਰਿਕ ਦੁਖ ਪਾਵੈ ਬਵੀਹਾ ਦੁੱਖ ਪਾਉਂਦਾ ਹੈ, ਦੁੱਖ ਪਾ ਕੇ ਪ੍ਰਾਣ ਛੱਡ ਜਾਵੇ। ਪ੍ਰਾਨ ਗਏ ਸਾਗਰ ਮਿਲੈ ਜਦ ਬੰਬੀਏ ਦੇ ਸਵੰਤੀ ਇੱਕ ਬੂੰਦ ਤੋਂ ਬਿਨਾਂ ਸਵਾਸ ਹੀ ਨਿਕਲ ਗਏ ਤੇ ਫਿਰ ਭਾਵੇਂ ਉਹਨੂੰ ਸਵੰਤੀ ਬੂੰਦਾਂ ਦਾ ਸਮੁੰਦਰ ਆ ਕੇ ਮਿਲ ਜਾਏ, ਹੁਣ ਕਾਮ ਨ ਆਵੈ। ਮਰੇ ਤੋਂ ਬਾਅਦ ਉਹਦੇ ਕਿਸੇ ਕੰਮ ਨਹੀਂ ਆਉਂਦਾ ਹੈ। ਜੇਕਰ ਮੈਂ ਇੰਜ ਮਰ ਗਿਆ ਤਾਂ ਕੀ ਫਾਇਦਾ ਹੈ ਮੁਕਤੀ ਦੇਣ ਦਾ। ਪ੍ਰਾਣ ਜੋ ਥਾਕੇ ਥਿਰ ਇਹ ਨਹੀਂ ਪਰਮੇਸ਼ਰ ਜੋ ਮੇਰੇ ਸਰੀਰ ਚ ਪ੍ਰਾਣ ਨੇ ਉਹ ਥਕਤ ਹੋ ਚੱਲੇ, ਮੁੱਕ ਚੱਲੇ ਨੇ, ਅਸਥਿਤ ਨਹੀਂ ਰਹਿੰਦੇ। ਕੈਸੇ ਬਿਰਮਾਵੋ ਆਪ ਜੀ ਮੈਨੂੰ ਸੱਚੇ ਪਾਤਸ਼ਾਹ ਕਿਸ ਲਈ ਪਰਚਾਉਂਦੇ ਹੋ ਕਿ ਧੀਰਜ ਰੱਖ ਤੇਰੀ ਰੱਖਿਆ ਕਰਾਂਗੇ ਜਾਂ ਤੈਨੂੰ ਮਰਨ ਤੋਂ ਬਾਅਦ ਮੁਕਤ ਕਰ ਦਿਆਂਗੇ। ਊੜ ਮੋਏ ਨੌਕਾ ਮਿਲੈ ਜਿਵੇਂ ਪਾਣੀ 'ਚ ਡੁੱਬ ਕੇ ਮਰੇ ਬੰਦੇ ਨੂੰ ਫੇਰ ਭਾਵੇਂ ਜਹਾਜ਼ ਮਿਲ ਜਾਏ, ਬੇੜੀਆਂ ਦਾ ਸਮੁਦਾਇ ਮਿਲ ਜਾਏ। ਕਹੋ ਕਾਹੇ ਚੜਾਵੋ ਦੱਸੋ ਮਰੇ ਨੂੰ ਬੇੜੀ ਤੇ ਚੜਾਉਣ ਦਾ ਕੀ ਫਾਇਦਾ? ਬੰਦਾ ਤਾਂ ਮਰ ਗਿਆ, ਉਹ ਤੇ ਮੁੜ ਕੇ ਆਪ ਹੀ ਤਰਨ ਲੱਗ ਪੈਂਦਾ ਹੈ। ਤੇ ਗੱਲ ਤਾਂ ਹੈ ਜੇ ਜਿਉਂਦੇ ਨੂੰ ਡੁੱਬਦੇ ਨੂੰ ਕੱਢੋ। ਮੈਂ ਨਹੀਂ ਕਛ ਹੋ ਨਹੀਂ ਮੈਂ ਨਹੀਂ, ਇਹ ਪਰਮੇਸ਼ਰ ਮੇਰੀ ਦੇਹ ਵੀ ਆਪਣੀ ਨਹੀਂ ਹੈ ਤੇ ਮੇਰਾ ਕੋਈ ਸੰਬੰਧੀ ਵੀ ਨਹੀਂ ਹੈ। ਕਿਛ ਆਹੇ ਨਾ ਮੋਰਾ ਤੇ ਹੇ ਮਹਾਰਾਜ ਮੇਰੇ ਕੋਲ ਕੁਝ ਪਦਾਰਥ ਵੀ ਆਪਣਾ ਨਹੀਂ ਹੈ। ਅਵਸਰ ਲੱਜਾ ਰਾਖ ਲਿਹੋ ਹੇ ਵਾਹਿਗੁਰੂ ਇਸ ਮੌਕੇ ਮੇਰੀ ਪਤ ਆਬਰੂ ਰੱਖ ਲੈਣਾ ਕਰੋ। ਸਦਨਾ ਜਨ ਤੋਰਾ ਮੈਂ ਸਦਨਾ ਆਪ ਜੀ ਦਾ ਦਾਸ ਹਾਂ। ਉਸ ਵਕਤ ਵਾਹਿਗੁਰੂ ਦੇ ਹੁਕਮ 'ਚ ਅਜਿਹੀ ਹਵਾ ਚੱਲੀ, ਜਿਸ ਦੀਵਾਰ 'ਚ ਭਗਤ ਸਧਨਾ ਜੀ ਨੂੰ ਚਿਣ ਰਹੇ ਸੀ ਉਹਦੀਆਂ ਸਾਰੀਆਂ ਇੱਟਾਂ ਖਿਲਰ ਗਈਆਂ। ਜਿਹਦੇ ਇੱਕ ਪਾਸੇ ਦੀਆਂ ਕੁਝ ਇੱਟਾਂ ਬ੍ਰਾਹਮਣ, ਦੂਜੇ ਪਾਸੇ ਕਾਜ਼ੀਆਂ ਈਰਖਾਲੂ ਲੋਕਾਂ ਦੇ ਮੱਥੇ ਤੇ ਵੱਜੀਆਂ। ਭਗਤ ਸਧਨਾ ਜੀ ਸਹੀ ਸਲਾਮ ਸੁੱਖ ਆਨੰਦ ਨੀਚੋਂ ਬਾਹਰ ਨਿਕਲ ਆਏ। ਇਉਂ ਪਰਮੇਸ਼ਰ ਨੇ ਆਪਣੇ ਭਗਤ ਜੀ ਦੀ ਰਕਸ਼ਾ ਕੀਤੀ। ਇਹ ਪਾਵਨ ਸ਼ਬਦ ਅਜੇ ਥੋੜਾ ਕਾਹਲੀ ਦੇ ਨਾਲ ਵਿਚਾਰ ਹੋਈ ਹੈ। ਦੁਬਾਰਾ ਤੋਂ ਫਿਰ ਇਸੇ ਸ਼ਬਦ ਦੀ ਹੋਈ ਵਿਆਖਿਆ ਕੱਲ ਜਦੋਂ ਕਥਾ ਪ੍ਰਾਰੰਭ ਹੋਏਗੀ ਫਿਰ ਦੁਬਾਰਾ ਤੋਂ ਵਿਚਾਰਾਂਗੇ ਜੀ। ਸਮੇਂ ਦੀ ਸਮਾਪਤੀ ਹੋਣ ਕਰਕੇ ਇੱਥੇ ਭੁੱਲਾਂ ਚੁੱਕਾਂ ਮਾਫ ਕਰੋ ਜੀ। ਅੱਗੇ ਤੋਂ ਸਮਤ ਬਖਸ਼ੋ। ਮੈਂ ਨਹੀਂ ਕਛ ਹੋ ਨਹੀਂ ਕਛ ਆਹੇ ਨ ਮੋਰਾ ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੇ ਮਨ ਵਜੀਆਂ ਵਧਾਈਆਂ। ਰਾਗ ਰਤਨ ਬਰਵਾਰ ਬਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰਿ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ